ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵਉ, ਹਿਰਦੈ ਨਿਤ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ। ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪ੍ਰਕਾਸਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮੁਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰੰਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਅਸ ਪ੍ਰਕਾਰ ਦੇ ਕਰ ਉਰ ਧੀਰਾ। ਘਰ ਆਏ ਪੁਨ ਗੁਨੀ ਗਹੀਰਾ। ਮਿਲੀ ਮਾਤ ਉਰ ਪ੍ਰੇਮ ਬਢਾਈ। ਬਿਸ਼ਰਤ ਬਸ ਜਿਉ ਧੇਨ ਲਵਾਈ। ਅਸ ਪ੍ਰਕਾਰ ਦੇ ਕਰ ਉਰ ਧੀਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਚਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ। ਇਸ ਕਲਯੁਗ ਦੇ ਸਮੇਂ ਵਿੱਚ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਲਈ ਜੋ ਸਫਲ ਜੀਵਨ ਦਾ ਰਸਤਾ ਹੈ, ਸਤਿਗੁਰੂ ਪਾਤਸ਼ਾਹ ਜੀ ਉਸ ਨੂੰ ਆਪ ਅਪਣਾ ਕੇ ਸਾਡੇ ਜਗਤ ਜੀਵਾਂ ਵਾਸਤੇ ਰਹਿਨੁਮਾਈ ਕਰ ਰਹੇ ਨੇ। ਇਤਿਹਾਸ ਦਾ ਪ੍ਰਸੰਗ ਇੰਜ ਵਿਚਾਰਿਆ ਆਪਾਂ ਕਿ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਆਪ ਜੀ ਨੇ ਆਪਣੀ ਸ਼ਾਦੀ ਕਰਵਾਈ ਹੈ। ਉਪਰੰਤ ਸਤਿਗੁਰੂ ਪਾਤਸ਼ਾਹ ਜੀ ਆਪਣੇ ਦਾਦਕੇ ਘਰ ਦੇ ਵਿੱਚ ਮਾਤਾ ਤ੍ਰਿਪਤਾ ਜੀ ਦੇ ਪਾਸ ਆਏ ਨੇ। ਡੋਲਾ ਲੈ ਕੇ ਤਕਰੀਬਨ 1 ਮਹੀਨੇ ਦਾ ਸਮਾਂ ਮਾਤਾ ਜੀ ਨੂੰ ਸੁਖ ਦੇਣ ਵਾਸਤੇ ਗੁਜ਼ਾਰਿਆ। ਤੇ ਇਸ ਤੋਂ ਉਪਰੰਤ ਗੁਰੂ ਪਾਤਸ਼ਾਹ ਜੀ ਨੇ ਤਿਆਰੀ ਕੀਤੀ ਹੈ ਕਿ ਜਾ ਕੇ ਆਪਣਾ ਕਾਰੋਬਾਰ ਸੰਭਾਲੀਏ। ਸੁਲਤਾਨਪੁਰ ਸਾਹਿਬ ਜਾ ਕਰਕੇ
ਮੋਦੀ ਦੀ ਕਿਰਤ ਵਿੱਚ ਪ੍ਰਵਿਰਤ ਹੋਈਏ। ਇਹ ਫੈਸਲਾ ਕਰਕੇ ਗੁਰੂ ਪਾਤਸ਼ਾਹ ਜੀ ਆਪਣੇ ਪਰਮ ਪ੍ਰੇਮੀ ਰਾਜਾ ਰਾਏ ਬੁਲਾਰ ਜੀ ਨੂੰ ਮਿਲਣ ਵਾਸਤੇ ਗਏ ਨੇ। ਕਵੀ ਜੀ ਨੇ ਬੜਾ ਸੁੰਦਰ ਜ਼ਿਕਰ ਕੀਤਾ ਕਿ ਰਾਏ ਸਾਹਿਬ ਜੀ ਉਸ ਵੇਲੇ ਇਕਾਂਤ ਵਿੱਚ ਇਕੱਲੇ ਸਨ। ਗੁਰੂ ਪਾਤਸ਼ਾਹ ਜੀ ਗਏ ਨੇ, ਬੜੇ ਅਦਬ ਸਾਥ ਬਿਠਾਇਆ। ਗੁਰੂ ਚਰਨਾਂ ਦੇ ਵਿੱਚ ਰਾਏ ਸਾਹਿਬ ਨੇ ਬੇਨਤੀਆਂ ਕੀਤੀਆਂ ਨੇ ਕਿ ਮਹਾਰਾਜ ਕਿਰਪਾ ਕਰੋ, ਮੈਨੂੰ ਤੁਹਾਡੇ ਦਰਸ਼ਨਾਂ ਦਾ ਬਹੁਤ ਵਿਛੋੜਾ ਰਹਿੰਦਾ ਹੈ। ਮੈਨੂੰ ਅਧਿਕਾਰੀ ਜਾਣ ਕੇ ਤੁਸੀਂ ਮਹਾਰਾਜ ਕਿਰਪਾ ਕਰੋ। ਸੰਸਾਰ ਦੇ ਧੰਦਾ ਵਿਹਾਰਿਆਂ ਦੇ ਵਿੱਚ, ਧੰਦਿਆਂ 'ਚ ਵਿਹਾਰਾਂ ਦੇ ਵਿੱਚ ਜੀਵਨ ਖਚਤ ਹੈ। ਅਬ ਕਿਰਪਾ ਕਰਕੇ ਮੇਰਾ ਪਾਰ ਉਤਾਰਾ ਕਰੋ। ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਜੋ ਹਰ ਸਿੱਖ ਦੇ ਤਾਈਂ ਗੁਰੂ ਸਾਹਿਬ ਦਾ ਉਪਦੇਸ਼ ਹੈ, ਤਿਵੇਂ ਹੀ ਅਧਿਕਾਰੀ ਜਾਣ ਕੇ ਰਾਏ ਬੁਲਾਰ ਨੂੰ ਗੁਰੂ ਰੂਪ ਹੋ ਕਰਕੇ ਉਪਦੇਸ਼ ਬਖਸ਼ਿਆ ਕਿ ਰਾਏ ਸਾਹਿਬ ਜੀ ਤੁਸੀਂ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰੋ। ਪਰਮੇਸ਼ਵਰ ਦੇ ਨਾਮ ਦਾ ਸਿਮਰਨ ਜਿਹੜਾ ਹੈ, ਜਿਸ ਪਰਮੇਸ਼ਵਰ ਦਾ ਇਹ ਨਾਮ ਹੈ, ਇਹ ਸਿਮਰਨ ਤੁਹਾਨੂੰ ਉਸੇ ਦੇਸ਼ ਵਿੱਚ ਲੈ ਜਾਏਗਾ। ਇਸ ਲਈ ਦ੍ਰਿਸ਼ਟਾਂਤ ਦਿੱਤਾ, ਜਿਸ ਤਰ੍ਹਾਂ ਹਮਾਯੂ ਪੰਛੀ ਦਾ ਖੰਭ ਜਿਸ ਵੀ ਵਸਤੂ ਨਾਲ ਜੋੜ ਦਈਏ, ਉਹ ਖੰਭ ਉਸ ਵਸਤੂ ਨੂੰ ਉਸੇ ਦੇਸ਼ ਵਿੱਚ ਲੈ ਜਾਂਦਾ ਹੈ ਜਿੱਥੇ ਹਮਾਯੂ ਦਾ ਦੇਸ਼ ਹੈ, ਜਿਸ ਦਾ ਉਹ ਖੰਭ ਹੈ, ਉੱਥੇ ਲੈ ਜਾਂਦਾ। ਇਸੇ ਤਰ੍ਹਾਂ ਜਦੋਂ ਨਾਮ ਦੇ ਵਿੱਚ ਜੀਵਨ ਜੁੜ ਜਾਏਗਾ, ਇਹ ਵਾਹਿਗੁਰੂ ਜੀ ਦਾ ਨਾਮ ਤੁਹਾਨੂੰ ਉਸੇ ਵਾਹਿਗੁਰੂ ਦੇ ਦੇਸ਼ ਸੱਚਖੰਡ ਵਿੱਚ ਲੈ ਜਾਏਗਾ। ਤੁਸੀਂ ਨਾਮ ਦੇ ਸਿਮਰਨ ਵਿੱਚ ਜੁੜੋ। ਫਿਰ ਰਾਏ ਸਾਹਿਬ ਜੀ ਨੇ ਅਧੀਨਗੀ ਸਤ ਬੇਨਤੀ ਕੀਤੀ, ਗਰੀਬ ਨਿਵਾਜ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੈਨੂੰ ਬੜਾ ਵਿਛੋੜਾ ਰਹਿੰਦਾ ਹੈ। ਤੁਸੀਂ ਹੁਣ ਤਿਆਰੀ ਕੀਤੀ ਹੈ ਜਾਣ ਦੀ, ਪਰ ਮੈਂ ਦਰਸ਼ਨਾਂ ਤੋਂ ਬਿਨਾਂ ਕਿਵੇਂ ਰਹਾਂਗਾ? ਤੇ ਸਤਿਗੁਰੂ ਪਾਤਸ਼ਾਹ ਨੇ ਹੁਕਮ ਕੀਤਾ, ਤੁਸੀਂ ਸੱਚੇ ਦਿਲ ਚੋਂ ਸਾਨੂੰ ਯਾਦ ਰੱਖੋ। ਜਿਹੜਾ ਹਮੇਸ਼ਾ ਯਾਦ ਰੱਖਦਾ ਹੈ, ਗੁਰੂ ਸਾਹਿਬ ਕਹਿੰਦੇ ਅਸੀਂ ਹਮੇਸ਼ਾ ਹੀ ਹਾਜ਼ਰ ਹੁੰਦੇ ਆ। ਇਉਂ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਰਾਏ ਬੁਲਾਰ ਨੂੰ ਨਿਹਾਲ ਕੀਤਾ ਅਤੇ ਆਪ ਜੀ ਮਾਤਾ ਜੀ ਦੇ ਪਾਸ ਘਰ ਆਏ ਨੇ। ਹੁਣ ਮਾਤਾ ਜੀ ਫਿਰ ਇਸ ਵਿਛੋੜੇ ਦੀ ਕਸ਼ਿਸ਼ ਵਿੱਚ ਹਨ। ਇਸ ਲਈ ਬੜੇ ਪ੍ਰੇਮ ਦੇ ਨਾਲ, ਜਿਸ ਤਰ੍ਹਾਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਾਡੇ ਜਗਤ ਮਾਤ ਸੁਲੱਖਣੀ ਜੀ ਦੇ ਸਾਹਿਤ ਜਿਸ ਤਰ੍ਹਾਂ ਘਰ ਵਿੱਚੋਂ ਤੋਰਦੇ ਨੇ ਸੁਲਤਾਨਪੁਰ ਸਾਹਿਬ ਜੀ ਨੂੰ, ਕਵੀ ਜੀ ਉਸ ਵੇਲੇ ਦਾ ਨਕਸ਼ਾ ਕਲਮਬੰਦ ਕਰ ਰਹੇ ਨੇ। ਆਓ ਪਿਆਰ ਪੂਰਵਕ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਵਿੱਚੋਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰਵਣ ਦਰਸ਼ਨ ਕਰਦੇ ਹੋਏ ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ, ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਆਸ ਪ੍ਰਕਾਰ ਦੇ ਕਰ ਉਰ ਧੀਰਾ। ਇਉਂ ਸਤਿਗੁਰੂ ਨੇ ਬਖਸ਼ਿਸ਼ ਕੀਤੀ। ਰਾਏ ਬੁਲਾਰ ਦੇ ਹਿਰਦੇ ਵਿੱਚ ਹੌਸਲਾ, ਧੀਰਜ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਘਰ ਆਏ ਪੁਨ ਗੁਨੀ ਗਹੀਰਾ। ਗੁਣਾਂ ਦੇ ਖਜ਼ਾਨੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਫਿਰ ਘਰ ਵਿੱਚ ਆਏ ਹਨ ਜੀ। ਮਿਲੀ ਮਾਤ ਉਰ ਪ੍ਰੇਮ ਵਡਾਈ। ਸੋ ਮਾਤਾ ਤ੍ਰਿਪਤਾ ਜੀ ਬੜਾ ਭਾਰੀ ਪ੍ਰੇਮ ਮਨ ਚ ਵਧਾ ਕਰਕੇ ਮਿਲੇ ਹਨ। ਵਿਸਰਤ ਬਸ ਜਿਉ ਧੇਨ ਲਵਾਈ। ਜਿਵੇਂ ਲਵੇਰੀ ਗਊ ਜਿਹੜੀ ਹੈ ਚਰਨ ਵਾਸਤੇ ਗਈ ਹੋਵੇ ਤੇ ਵਾਪਸ ਆ ਕੇ ਜਿਵੇਂ ਆਪਣੇ ਬੱਚੇ ਨੂੰ ਮਿਲਦੀ ਹੈ, ਭਾਵ ਹੈ ਇੱਕ ਅੰਗੀ ਦ੍ਰਿਸ਼ਟਾਂਤ ਹੈ ਪ੍ਰੇਮ ਦਾ। ਆ ਸਿੱਖ ਦੇਤ ਪਲੋਸਤ ਮਾਥਾ। ਮਾਤਾ ਜੀ ਨਾਲੇ ਅਸੀਸਾਂ ਦਿੰਦੇ ਨੇ, ਨਾਲੇ ਸੀਸ ਪਲੋਸਦੇ ਹਨ ਮਹਾਰਾਜ ਸਤਿਗੁਰਾਂ ਦਾ। ਮਨ ਹੈ ਮਨਾਵਤ ਸ੍ਰੀ ਜਗਨਨਾਥ। ਤੇ ਮਨ ਹੀ ਮਨ ਵਿੱਚ ਵਿਚਾਰ ਕਰਦੇ ਹੋਏ ਅਕਾਲ ਪੁਰਖ ਪਰਮੇਸ਼ਵਰ ਜੀ ਨੂੰ ਮਨਾਉਂਦੇ ਹਨ। ਸੁਤ ਕੀ ਕੁਸ਼ਲ ਕਰਹੁ ਸਭ ਕਾਲਾ। ਤੇ ਅਰਦਾਸ ਕਰਦੇ ਨੇ, ਹੇ ਵਾਹਿਗੁਰੂ ਪਰਮੇਸ਼ਰ, ਮੇਰੇ ਪੁੱਤਰ ਦੀ ਹਮੇਸ਼ਾ ਸੁਖ ਬਖਸ਼ਣੀ। ਮਾਵਾਂ ਹਮੇਸ਼ਾ ਹੀ ਇਉਂ ਅਸੀਸਾਂ ਹੀ ਰੱਖਦੀਆਂ ਹਨ। ਮਹਾਪੁਰਖ ਤੁਮ ਦੀਨ ਦਇਆਲਾ। ਇਹ ਅਕਾਲ ਪੁਰਖ ਤੁਸੀਂ ਮਹਾਪੁਰਖ ਹੋ, ਗਰੀਬਾਂ ਤੇ ਦਇਆ ਕਰਨ ਵਾਲੇ ਹੋ। ਮੇਰੇ ਗਰੀਬਣੀ ਤੇ ਇਹੋ ਦਇਆ ਕਰਨੀ, ਮੇਰੇ ਪੁੱਤਰ ਨੂੰ ਸੁਖ ਬਖਸ਼ਿਸ਼ ਕਰਨਾ ਜੀ। ਧਰਿਓ ਮਾਤ ਕੇ ਪਗ ਪਰ ਸੀਸਾ। ਤਨ ਐਸੀਆਂ ਅਸੀਸਾਂ ਲੈਂਦੇ ਹੋਏ
ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਵੱਡੇ ਭਾਗਾਂ ਵਾਲੇ ਮਾਤਾ ਤ੍ਰਿਪਤਾ ਜੀ ਦੇ ਚਰਨਾਂ ਤੇ ਸੀਸ ਰੱਖਿਆ, ਨਮਸਕਾਰ ਕੀਤੀ ਹੈ। ਨਿਕਸੇ ਨਿਜ ਘਰ ਤੇ ਜਗਦੀਸਾ। ਹੁਣ ਜਗਤ ਈਸ਼ਵਰ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਘਰ ਤੋਂ ਹੁਣ ਬਾਹਰ ਨਿਕਲੇ ਹਨ। ਪ੍ਰੇਮੀ ਮਿਲੇ ਆਨ ਜੋ ਪੁਰ ਕੇ। ਹੁਣ ਇਸ ਨਨਕਾਣਾ ਸਾਹਿਬ ਪੁਰੀ ਦੇ ਗੁਰੂ ਸਾਹਿਬ ਨੇ ਅਵਤਾਰ ਧਾਰ ਕੇ ਇਸ ਪੁਰੀ ਦਾ ਨਾਮ ਹੀ ਉੱਚਾ ਕਰ ਦਿੱਤਾ ਹੈ। ਇਸ ਪੁਰੀ ਦੇ ਜੋ ਗੁਰੂ ਸਾਹਿਬ ਦੇ ਪ੍ਰੇਮੀ ਸਨ ਉਹ ਸਾਰੇ ਆਣ ਕੇ ਮਿਲੇ ਹਨ, ਕਿਉਂਕਿ ਗੁਰੂ ਪਾਤਸ਼ਾਹ ਜੀ ਹੁਣ ਜਾ ਰਹੇ ਹਨ। ਪਰਸ ਪਰਸ ਗਮ ਨੇ ਪਗ ਗੁਰ ਕੇ। ਤਾਂ ਸਤਿਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨੂੰ ਛੂਹ ਕੇ ਨਮਸਕਾਰਾਂ ਕਰ ਕਰਕੇ ਸਾਰੇ ਆਪਣੇ ਘਰਾਂ ਨੂੰ ਗਏ ਹਨ। ਵਾਹਨ ਭਏ ਅਰੂਢ ਸੁਆਮੀ। ਤੇ ਸਵਾਮੀ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਆਪਣੀ ਅਸਵਾਰੀ ਤੇ ਅਸਵਾਰ ਹੋ ਗਏ ਹਨ। ਦੀਨ ਬੰਦ ਪ੍ਰਭ ਅੰਤਰਜਾਮੀ। ਗਰੀਬਾਂ ਦੇ ਸੰਬੰਧੀ ਨੇ, ਪਰਮੇਸ਼ਵਰ ਰੂਪ ਹਨ ਤੇ ਨਾਲ ਦੇ ਨਾਲ ਗੁਰੂ ਕੋਲ ਗੁਣ ਹੈ ਅੰਤਰਜਾਮੀ, ਸਭ ਦੇ ਹਿਰਦੇ ਦੀ ਜਾਣਦੇ ਹਨ। ਸਿੱਖ ਵਨ ਕਾਲੂ ਦੇਵਤ ਭੂਰੀ। ਪਿਤਾ ਜੀ ਮਿਲੇ ਹਨ, ਬੜੀਆਂ ਪਿਆਰ ਦੇ ਨਾਲ ਸਿੱਖਿਆ ਦਿੰਦੇ ਹਨ। ਧਨ ਖਾਟਨ ਕੀ ਜੇ ਬਿਦਰੂਰੀ। ਜੋ ਪੈਸਾ ਕਮਾਉਣ ਦੀਆਂ ਸੋਹਣੀਆਂ ਵਿਧੀਆਂ ਤਰੀਕੇ ਹਨ ਸਮਝਾਉਂਦੇ ਹਨ। ਸੁਨਹੁ ਤਾਤ ਅਬ ਭਾ ਸਨ ਬੰਦਾ। ਹੇ ਪੁੱਤਰ ਦੇਖ, ਹੁਣ ਤੇਰਾ ਸੰਬੰਧ ਬਣ ਗਿਆ ਹੈ, ਤੇਰਾ ਵਿਆਹ ਹੋਇਆ ਹੈ। ਜਾ ਮਹਿ ਨਾਨਾ ਬਿਦ ਕੇ ਧੰਦਾ। ਹੁਣ ਇਸ ਗ੍ਰਸਥ ਜੀਵਨ ਵਿੱਚ ਅਨੇਕ ਪ੍ਰਕਾਰ ਦੇ ਧੰਦੇ ਨੇ, ਵਿਹਾਰ ਕੰਮ ਪੈਂਦੇ ਹਨ। ਬਹੁਤ ਬਿਤ ਇਕੱਤਰ ਸੋ ਕਰੀਏ। ਇਸ ਵਾਸਤੇ ਤੁਸੀਂ ਬਹੁਤਾ ਧਨ ਹੁਣ ਇਕੱਠਾ ਕਰੋ। ਪਰਵਾਰਨ ਕੋ ਖਰਚ ਵਿਚਰੀਏ। ਮਨ 'ਚ ਵਿਚਾਰ ਕਰੋ ਭਈ ਗ੍ਰਸਥ ਮਾਰਗ ਦੇ ਅੰਦਰ ਪਰਿਵਾਰਾਂ ਦੇ ਖਰਚੇ ਬਹੁਤ ਹਨ। ਚਉਪਈ ਪੂਰਬ ਕੀ ਉਦਾਰਤਾ ਤਿਆਗੋ। ਹੁਣ ਇੰਜ ਕਰੋ, ਜੋ ਪਹਿਲਾਂ ਵਾਲਾ ਨਾ ਤੁਹਾਡਾ ਉਦਾਰ ਚਿਤ ਸਖੀ ਦਾਨ ਦੇਣ ਵਾਲਾ ਖੁੱਲਾ ਸੁਭਾਅ, ਉਹਨੂੰ ਸੰਕੋਚ ਲਓ। ਗ੍ਰਸਤੀ ਮਨਜਨ ਕੈ ਮਗ ਲਾਗੋ। ਹੁਣ ਜਿਸ ਤਰ੍ਹਾਂ ਗ੍ਰਸਤੀ ਮਨੁੱਖ ਹੁੰਦੇ ਨੇ, ਹੁਣ ਤੁਸੀਂ ਆਪਣਾ ਗ੍ਰਸਤ ਵਾਲਾ ਜੀਵਨ ਜਿਹੜਾ ਹੈ ਨਾ, ਉਸ ਦੀ ਵਿਚਾਰ ਕਰੋ। ਧਨੀ ਪੁਰਖ ਸਭ ਮਹਿ ਪ੍ਰਧਾਨਾ। ਦੇਖੋ ਸਮਾਜ ਐਸਾ ਹੈ, ਇਸ ਦੁਨੀਆ ਦੇ ਅੰਦਰ ਗ੍ਰਸਤ ਵਿੱਚ ਜਿਹੜਾ ਬੰਦਾ ਧਨੀ ਧਨ ਵਾਲਾ ਹੈ, ਅਮੀਰ ਹੈ ਨਾ, ਬਸ ਉਹਦੀ ਜੈ ਜੈਕਾਰ ਸਭ ਪਾਸੇ ਹੁੰਦੀ ਹੈ। ਧਨੀ ਮੂਡ ਕੋ ਕਹਿਤ ਸੁਜਾਨਾ। ਭਾਵੇਂ ਕੋਈ ਮੂਰਖ ਬੰਦਾ ਵੀ ਹੈ, ਜੇ ਉਹ ਅਮੀਰ ਹੈ ਨਾ ਤੇ ਲੋਕੀ ਉਸ ਨੂੰ ਸਿਆਣਾ ਹੀ ਗਿਣਦੇ ਨੇ। ਜਿਸ ਤਰ੍ਹਾਂ ਇੱਕ ਕਹਾਵਤ ਹੈ ਕਿ ਜਿਹਦੀ ਕੋਠੀ ਵਿੱਚ ਦਾਣੇ ਉਹਦੇ ਕਮਲੇ ਵੀ ਸਿਆਣੇ। ਉਹ ਕਮਲੇ ਵੀ ਜਿਹੜੇ ਨੇ ਉਹ ਵੀ ਸਿਆਣੇ ਗਿਣੇ ਜਾਂਦੇ ਹਨ। ਮਿਲ ਹੈ ਧਨ ਕੀ ਸਕਲ ਭਲਾਈ। ਜਿੱਥੇ ਵੀ ਜਾਓ ਦੁਨੀਆ ਵਿੱਚ ਧਨ ਵਾਲਿਆਂ ਨੂੰ ਹੀ ਭਲਾਈ ਚੰਗਿਆਈ ਮਿਲਦੀ ਹੈ, ਵਡਿਆਈ ਮਿਲਦੀ ਹੈ। ਧਨ ਬਿਨ ਕਾਰਜ ਹੋਵੇ ਨਹਿ ਰਾਈ। ਤੇ ਦੇਖੋ ਕੋਈ ਵੀ ਕੰਮ ਕਰਨਾ ਧਨ ਤੋਂ ਬਿਨਾਂ ਰਾਈ, ਛੋਟਾ ਜਿਹਾ ਵੀ ਕੰਮ ਜਿਹੜਾ ਉਹ ਵੀ ਨਹੀਂ ਹੁੰਦਾ ਹੈ। ਜਿਉ ਤਨ ਨਿਭੈ ਪ੍ਰਾਨ ਆਧਾਰਾ। ਜਿਸ ਤਰੀਕੇ ਦੇ ਨਾਲ ਸਰੀਰ ਦਾ ਨਿਭਾ ਪ੍ਰਾਣਾਂ ਦੇ ਆਸਰੇ ਹੁੰਦਾ ਹੈ ਨਾ, ਤਿਉ ਧਨ ਤੇ ਸਭ ਜਗ ਵਿਵਹਾਰਾ। ਇਸੇ ਤਰ੍ਹਾਂ ਹੀ ਇਹ ਧਨ ਮਾਇਆ ਦੇ ਨਾਲ ਹੀ ਦੁਨੀਆ ਦੇ ਵਿਹਾਰ ਸਾਰੇ ਹੁੰਦੇ ਹਨ। ਜਿਉ ਜਲਹੀਨ ਨਾ ਤਾਲ ਸੁਹਾਵਾ। ਦੇਖੋ ਜਿਸ ਤਰ੍ਹਾਂ ਹੋਵੇ ਤਾਂ ਤਾਲ ਸਰੋਵਰ, ਪਰ ਪਾਣੀ ਹੋਵੇ ਹੀ ਨਾ, ਪਾਣੀ ਤੋਂ ਬਿਨਾਂ ਸੋ ਸਰੋਵਰ ਦੀ ਕੋਈ ਸ਼ੋਭਾ ਨਹੀਂ ਹੁੰਦੀ ਹੈ। ਤਿਉ ਧਨ ਬਿਨ ਨਰ ਸੋਭ ਨਾ ਪਾਵਾ। ਇਸੇ ਤਰ੍ਹਾਂ ਹੀ ਧਨ ਤੋਂ ਬਿਨਾਂ ਮਨੁੱਖ ਜਿਹੜਾ ਸ਼ੋਭਾ ਨਹੀਂ ਪ੍ਰਾਪਤ ਕਰਦਾ ਹੈ। ਸੱਜਲ ਮੇਘ ਬਿਨ ਜਿਉ ਕ੍ਰਿਖ ਨਾਹੀ। ਜਿਸ ਤਰ੍ਹਾਂ ਬੱਦਲਾਂ ਵਿੱਚ ਪਾਣੀ ਨਾ ਹੋਵੇ, ਵਰਖਾ ਨਾ ਕਰੇ, ਖੇਤੀ ਨਹੀਂ ਹੁੰਦੀ। ਜਿਸ ਤਰ੍ਹਾਂ ਧਨ ਬਹੀਨ ਤਿਉ ਬਨਜ ਨ ਆਹੀ। ਇਸੇ ਤਰ੍ਹਾਂ ਧਨ ਤੋਂ ਬਿਨਾਂ ਦੁਨੀਆ ਦਾ ਕੋਈ ਵੀ ਵਿਹਾਰ ਜਿਹੜਾ ਕੰਮ ਹੈ ਨਹੀਂ ਹੁੰਦਾ ਹੈ। ਜਾਂ ਬਿਦ ਨਾਨਾ ਜੁਗਤ ਉਚਾਰ ਕੈ। ਇਉਂ ਕਈ ਤਰੀਕੇ ਦੀਆਂ ਜੁਗਤੀਆਂ ਉਚਾਰਨ ਕਰਕੇ ਧੰਨ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਪੁੱਤਰ ਸਮਝ ਕੇ ਪਿਤਾ ਕਾਲੂ ਜੀ ਸਿੱਖਿਆ ਦਿੰਦੇ ਹਨ। ਸਮਝਾਵਤ ਕਾਲੂ ਹਿਤ ਕਰਕੇ। ਬੜਾ ਮਨ ਵਿੱਚ ਪਿਆਰ ਧਾਰਨ ਕਰਕੇ ਸਮਝਾਉਂਦੇ ਹਨ ਸਿੱਖਿਆ। ਰਾਵਰ ਭਾਖਤ ਬਚਨ ਜਥਾ ਜੀ। ਤੇ ਗੁਰੂ ਪਾਤਸ਼ਾਹ ਨੇ ਸਾਰੀਆਂ ਗੱਲਾਂ ਸੁਣੀਆਂ ਤੇ ਹਜੂਰ ਪਾਤਸ਼ਾਹ ਨੇ ਬਚਨ ਕੀਤਾ
ਕਿ ਪਿਤਾ ਜੀ ਜਿਸ ਤਰ੍ਹਾਂ ਆਪ ਜੀ ਕਹਿੰਦੇ ਹੋ ਜੀ, ਭਲੀ ਬਾਤ ਪਿਤ ਕਰੋ ਤਥਾ ਜੀ। ਠੀਕ ਹੈ ਪਿਤਾ ਜੀ, ਬਹੁਤ ਚੰਗੀ ਗੱਲ ਹੈ, ਇਸੇ ਤਰ੍ਹਾਂ ਅਸੀਂ ਕਰਾਂਗੇ। ਅਸ ਕਹਿ ਕੀਨੀ ਪੁਨ ਪਦ ਬੰਧਨ। ਇਉਂ ਸੋ ਬਚਨ ਕਹਿ ਕੇ ਪਿਤਾ ਜੀ ਦਾ ਸਤਿਕਾਰ ਕਰਦਿਆਂ ਚਰਨਾਂ ਤੇ ਨਮਸਕਾਰ ਕੀਤੀ ਹੈ। ਗਮਨੇ ਮਾਰਗ ਦੋਖ ਨਕੰਦਨ। ਸਭ ਦੋਸ਼ਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਜੀ ਫਿਰ ਆਪਣੇ ਰਸਤੇ ਵਿੱਚ ਚੱਲ ਪਏ ਹਨ ਸੁਲਤਾਨਪੁਰ ਸਾਹਿਬ ਜੀ ਨੂੰ। ਬੰਦ ਸੁਲਖਣੀ ਸਾਸੂ ਚਰਨਾ। ਤੋ ਸਾਡੇ ਮਾਤਾ ਸੁਲੱਖਣੀ ਜੀ ਨੇ ਮਾਤਾ ਤ੍ਰਿਪਤਾ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਮਿਲਤ ਸਨੇਹ ਸੰਗ ਕਰ ਕਰਨਾ। ਤੇ ਮਾਤਾ ਜੀ ਬੜੀ ਕਿਰਪਾ ਕਰਕੇ ਬੜੇ ਪ੍ਰੇਮ ਦੇ ਨਾਲ ਮਿਲੇ ਹਨ ਨੂੰ ਰਾਣੀ ਨੂੰ। ਦਈ ਅਸਿੱਖਿਆ ਚਿਤ ਹਿਤਕਾਰੀ। ਤੋ ਬੜੀਆਂ ਆਸਿਖਾ ਬੜੇ ਪ੍ਰੇਮ ਦੀਆਂ ਹਿਤ ਪ੍ਰੇਮ ਵਾਲੀਆਂ ਅਸੀਸਾਂ ਦਿੱਤੀਆਂ ਮਾਤਾ ਜੀ ਨੇ। ਸਦਾ ਸੁਹਾਗ ਸਹਿਤ ਸੁਖ ਭਾਰੀ। ਤੁਸੀਂ ਸੁਹਾਗ ਭਾਗ ਦੇ ਸਹਿਤ ਸਦਾ ਭਾਰੀ ਸੁੱਖਾਂ ਦੀ ਪ੍ਰਾਪਤੀ ਕਰੋ ਜੀ। ਭਗਵਾਨ ਸੁਤ ਕੀ ਹੋਵੇ ਮਾਤਾ। ਤੋ ਸੋਹਣੇ ਸੋ ਸੁਪੁੱਤਰਾਂ ਦੀ ਮਾਂ ਹੋਵੇਂ, ਇਹੋ ਹੀ ਮਾਤਾ ਦੀਆਂ ਅਸੀਸਾਂ ਹਨ। ਪਤ ਕੀ ਪ੍ਰੀਤ ਰਹਿ ਸਭ ਭਾਤਾ। ਤੇ ਸਭ ਤਰੀਕਿਆਂ ਦੇ ਨਾਲ ਤੁਹਾਡੇ ਹਿਰਦੇ ਵਿੱਚ ਆਪਣੇ ਪਤੀ ਜੀ ਦੀ ਪ੍ਰੀਤ ਜਿਹੜੀ ਉਹ ਵਸੀ ਰਹੇ। ਚੜ ਡੋਰੇ ਗਮਨੀ ਮਗ ਮਾਹੀ। ਇਉਂ ਫਿਰ ਡੋਲੇ 'ਚ ਸਵਾਰ ਹੋ ਕੇ ਰਸਤੇ ਵਿੱਚ ਚੱਲ ਪਏ ਹਨ। ਦੋਹ ਦਿਸ ਬਿਸਰਨ ਜਿਨ ਹਿਤ ਨਾਹੀ। ਹੁਣ ਦੋਨਾਂ ਪਾਸਿਆਂ ਤੋਂ ਹੀ ਸੋ ਵਿਛੜਨ ਦਾ ਚਿੱਤ ਤਾਂ ਨਹੀਂ ਹੈ। ਨਾ ਮਾਤਾ ਸੁਲੱਖਣੀ ਜੀ ਵਿਛੜਨਾ ਚਾਹੁੰਦੇ, ਨਾ ਮਾਤਾ ਤ੍ਰਿਪਤਾ ਜੀ, ਪਰ ਇਹ ਭਾਈ ਸਮਾਂ ਹੈ, ਮਜਬੂਰ ਕਰਦਾ ਹੈ, ਜਾਣਾ ਪੈਣਾ ਸੀ। ਕਰਮ ਕਰਮ ਪਹੁੰਚੇ ਪੁਰ ਸੁਲਤਾਨਾ। ਇਉਂ ਹੌਲੀ ਹੌਲੀ ਸੋ ਸੁਲਤਾਨਪੁਰ ਸਾਹਿਬ ਰਸਤਾ ਤੈਅ ਕਰਦੇ ਹੋ ਪਹੁੰਚੇ ਹਨ। ਦੀਨ ਦਾਨ ਦਾ ਦਇਆ ਨਿਧਾਨਾ। ਦਇਆ ਦੇ ਖਜ਼ਾਨੇ ਗਰੀਬਾਂ ਨੂੰ ਦਾਨ ਦੇਣ ਵਾਲੇ ਗਰੀਬ ਨਵਾਜ ਜੀ ਪਹੁੰਚ ਗਏ ਹਨ ਸੁਲਤਾਨਪੁਰ ਸਾਹਿਬ। ਚਉਪਈ ਧਾਮ ਜੈ ਰਾਮ ਨਾਨਕੀ ਦੋ। ਤੋ ਕਹਿੰਦੇ ਘਰ ਵਿੱਚ ਭਈਆ ਜੈ ਰਾਮ ਅਤੇ ਮਾਤਾ ਨਾਨਕੀ ਜੀ, ਬੇਬੇ ਨਾਨਕੀ ਜੀ ਜੋ ਹਨ। ਬਦਨ ਬਿਲੋਕਤ ਹਰਖੇ ਸੋ। ਤੋ ਜਿਸ ਵੇਲੇ ਦਰਸ਼ਨ ਕੀਤਾ ਦੋਨਾਂ ਨੇ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਮਾਤਾ ਸੁਲੱਖਣੀ ਜੀ ਦਾ, ਬਹੁਤ ਖੁਸ਼ ਹੋਏ ਹਨ। ਸਾਦਰ ਦੌਰ ਕਰੀ ਪਗ ਪਦ ਬੰਧਨ। ਛੱਟ ਭੱਜ ਕਰਕੇ ਚਰਨਾਂ ਤੇ ਦੋਨਾਂ ਨੇ ਨਮਸਕਾਰ ਕੀਤੀ ਹੈ। ਕਰ ਪਕਰੇ ਜੁਗ ਦੋਖ ਨਕੰਦਨ। ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਬੇਬੇ ਜੀ ਦੇ ਹੱਥ ਫੜ ਲਏ ਹਨ। ਸੋ ਨਮਸਕਾਰ ਕਰਨ ਵੇਲੇ ਕੁਸ਼ਲ ਪ੍ਰਸੰਨ ਕਰ ਮੰਚ ਪਰ ਬੈਠੇ। ਤੇ ਸੁਖ ਸ਼ਾਂਤ ਪੁੱਛੀ ਹੈ। ਸੋਹਣੇ ਸੁੰਦਰ ਆਸਣ ਤੇ ਬੈਠੇ ਹਨ ਘਰ ਵਿੱਚ। ਦਿਓ ਸੁਸਾ ਸੋ ਨਹਿਰ ਸੰਦੇਸੇ। ਤੇ ਆਪਣੇ ਵੱਡੇ ਭੈਣ ਜੀ ਨੂੰ, ਬੇਬੇ ਨਾਨਕੀ ਜੀ ਨੂੰ ਸੋ ਪੇਕਿਆਂ ਦੇ ਮਾਤਾ ਜੀ ਦੇ ਪਿਤਾ ਜੀ ਦੇ ਸੰਦੇਸ਼ੇ ਜੋ ਦਿੱਤੇ, ਸੁਨੇਹੇ ਦਿੱਤੇ ਹਨ। ਬਾਹਰ ਸੁਲੱਖਣੀ ਪਰਵੇਸੀ ਸਦਨਾ। ਫਿਰ ਘਰ ਦੇ ਵਿੱਚ ਪ੍ਰਵੇਸ਼ ਕੀਤਾ ਹੈ ਸੁਲੱਖਣੀ ਮਾਤਾ ਜੀ ਨੇ। ਬਿਗਸਿਓ ਕਮਲ ਨਾਨਕੀ ਬਦਨਾ। ਬੇਬੇ ਨਾਨਕੀ ਜੇ ਨੇਤਰ ਕਮਲ ਖਿੜੇ ਹਨ, ਬਹੁਤ ਖੁਸ਼ ਹਨ। ਬੰਧਨ ਕਰਤ ਲੀਨ ਗਰ ਲਾਈ। ਤੋ ਨਮਸਕਾਰ ਕਰਨ ਲੱਗੇ ਹਨ ਮਾਤਾ ਸੁਲੱਖਣੀ ਜੀ, ਪਰ ਪਕੜ ਕੇ ਗਲ ਨਾਲ ਲਾਇਆ ਹੈ, ਸਤਿਕਾਰ ਕੀਤਾ ਹੈ ਬੇਬੇ ਜੀ ਨੇ। ਜਨਮ ਰੰਕ ਜਿਉ ਨਵ ਨਿਧ ਪਾਈ। ਤੇ ਖੁਸ਼ੀ ਇਤਨੀ ਹੈ ਜਿਵੇਂ ਕੋਈ ਜਨਮ ਤੋਂ ਲੈ ਕੇ ਗਰੀਬ ਹੋਵੇ ਤੇ ਉਸ ਨੂੰ 9 ਨਿਧੀਆਂ ਦਾ ਖਜ਼ਾਨਾ ਮਿਲ ਜਾਏ, ਇਤਨੀ ਖੁਸ਼ੀ ਹੈ ਬੇਬੇ ਨਾਨਕੀ ਜੀ ਦੇ ਮਨ ਵਿੱਚ। ਪੀੜਾ ਸੁੰਦਰ ਸਦਨ ਪੀੜਾ ਸੁੰਦਰ ਸਦਨ ਡਸਾਵਾ। ਤੋ ਸੋਹਣਾ ਘਰ ਦੇ ਵਿੱਚ ਸੋਹਣਾ ਪੀੜਾ ਜਿਹੜਾ ਹੈ ਇਸ ਪ੍ਰਕਾਰ ਵਿਛਾਇਆ ਡਾਇਆ ਹੈ। ਤਾਂ ਪਰ ਕਲਪਾ ਰੁਚਰ ਬਸਾਵਾ। ਉਸ ਦੇ ਉੱਪਰ ਬੜਾ ਸੁੰਦਰ ਵਿਛਾਉਣਾ ਵਿਛਾਇਆ ਹੈ ਜੀ। ਸੁਨੈ ਸ੍ਰੀ ਅੰਗਦ ਕਹਿ ਬਾਲਾ। ਭਾਈ ਬਾਲਾ ਜੀ ਕਹਿੰਦੇ ਨੇ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਕਿਰਪਾ ਕਰੋ, ਸਰਵਣ ਕਰੋ ਜੀ ਕਥਾ ਗੁਰੂ ਨਾਨਕ ਦੀ। ਆਉ ਸੁਨ ਸੁਧ ਆਪਨ ਤਤਕਾਲਾ। ਮਹਾਰਾਜ ਜਿਸ ਵੇਲੇ ਕਹਿੰਦੇ ਮੈਨੂੰ ਖਬਰ ਮਿਲੀ ਹੱਟ ਸਾਹਿਬ ਤੇ ਭਾਈ ਮਹਾਰਾਜ ਜੀ ਆ ਗਏ,
ਕਹਿੰਦੇ ਝਟ ਹੀ ਫਿਰ ਮੈਂ ਤਿਆਰ ਹੋਇਆ। ਗਮਨਿਓ ਜਹ ਬੈਸੇ ਗਤ ਦਾਈ। ਜਿੱਥੇ ਮੁਕਤੀ ਦਾਤਾ ਗੁਰੂ ਨਾਨਕ ਸਾਹਿਬ ਬੇਬੇ ਜੀ ਦੇ ਘਰ ਬੈਠੇ ਸੀ, ਭੱਜ ਕੇ ਗਿਆ ਉੱਥੇ ਮਹਾਰਾਜ ਚਰਨਾਂ 'ਚ। ਦਰਸ ਹਿਰਦੇ ਲਾਲਸ ਅਦਕਾਈ। ਕਿਉਂਕਿ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਹਿਰਦੇ ਵਿੱਚ ਬਹੁਤ ਇੱਛਾ ਜਾਗੀ ਸੀ। ਜਬ ਹੈ ਬਲੋਕੇ ਬੇਦੀ ਨੰਦਨ। ਜਦੋਂ ਬੇਦੀ ਕੁਲ ਦੇ ਸਪੂਤ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕੀਤਾ। ਪਦ ਅਰਬਿੰਦ ਹੈ ਕੀਨੀ ਬੰਦਨ। ਹਜੂਰ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ ਸੋਹਣੇ ਪ੍ਰੇਮ ਦੇ ਨਾਲ। ਚਿਤ ਕਰਤਾਰ ਰਹਿ ਕਹਿ ਬਾਨੀ। ਧੰਨ ਗੁਰੂ ਨਾਨਕ ਸਾਹਿਬ ਨੇ ਅਸੀਸ ਦਿੱਤੀ ਹੈ, ਭਾਈ ਬਾਲਾ ਜੀ ਤੈਨੂੰ ਕਰਤਾਰ ਚੇਤੇ ਰਵੇ, ਤੈਨੂੰ ਹਮੇਸ਼ਾ ਵਾਹਿਗੁਰੂ ਚੇਤੇ ਆਵੇ। ਕੁਸਲ ਬੂਝ ਬਹੁ ਕਰਨਾ ਠਾਨੀ। ਤੋ ਸੁਖ ਸ਼ਾਂਤ ਪੁੱਛ ਕੇ ਬਹੁਤ ਕਿਰਪਾ ਕੀਤੀ ਭਾਈ ਬਾਲਾ ਤੇ ਗੁਰੂ ਨਾਨਕ ਸਾਹਿਬ ਜੀ ਨੇ। ਹਉ ਬੋਲਿਓ ਨਿਤ ਕੁਸ਼ਲ ਹੈ ਮੇਰੇ। ਹੱਥ ਜੋੜ ਕੇ ਕਹਿੰਦਾ ਮੈਂ ਬੇਨਤੀ ਕੀਤੀ ਗਰੀਬ ਨੂੰ, ਅੱਜ ਮੈਨੂੰ ਤਾਂ ਬਹੁਤ ਸੁੱਖ ਹੈ ਜੀ। ਕਰੇ ਨਕੰਦਨ ਦੁਖ ਇੱਕ ਵੇਰੇ। ਤੁਸੀਂ ਜੋ ਕਿਰਪਾ ਕਰਤੀ ਇੱਕੋ ਵਾਰ ਮੇਰੇ ਸਾਰੇ ਹੀ ਦੁੱਖ ਕੱਟੇ ਹੋਏ ਹਨ। ਮੈਨੂੰ ਤਾਂ ਮਹਾਰਾਜ ਸਦਾ ਹੀ ਸੁਖ ਤੁਹਾਂ ਹੀ ਬਖਸ਼ਿਆ ਹੋਇਆ ਹੈ। ਧਿਆਨ ਤੁਮਾਰੋ ਹਿਰਦੇ ਬਸਾਵਾ। ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਮੈਂ ਤੁਹਾਡਾ ਧਿਆਨ ਹਿਰਦੇ 'ਚ ਵਸਾਇਆ ਹੋਇਆ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਕਹਿੰਦਾ ਸਤਿਗੁਰੂ ਜੀ ਮੈਂ ਤੇ ਤੁਹਾਡਾ ਸਰੂਪ ਹਿਰਦੇ 'ਚ ਵਸਾਇਆ ਹੋਇਆ ਹੈ। ਤੀਨ ਤਾਪ ਤਨ ਸ਼ੋਹਨ ਨਾ ਪਾਵਾ। ਹੁਣ ਤੁਹਾਡਾ ਧਿਆਨ ਹਿਰਦੇ 'ਚ ਵਸਦਾ। ਹੁਣ ਤਿੰਨੇ ਤਾਪ ਜਿਹੜੇ ਜਾਲ ਨਾ ਸਾਕੇ, ਤੀਨੇ ਤਾਪ, ਹੁਣ ਤਿੰਨੇ ਤਾਪ ਜਿਹੜੇ ਨੇ ਮੈਨੂੰ ਕੋਈ ਅਸਰ ਨਹੀਂ ਕਰ ਸਕਦੇ। ਆਦਿ ਵਿਆਧੀ ਉਪਾਧੀ ਜੋ ਹਨ। ਚੌਪਈ ਪ੍ਰੇਮੀ ਹੁਤੇ ਨਗਰ ਕੇ ਜੇਈ। ਜਿਤਨੇ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਬਰਕਤ ਦੇ ਪਾਤਰ ਬਣੇ ਨੇ ਸੁਲਤਾਨਪੁਰ ਸਾਹਿਬ ਦੇ ਵਿੱਚ, ਸੋ ਜਿੰਨੇ ਪ੍ਰੇਮੀ ਸਨ ਦਰਸ਼ਨ ਕਰਨ ਆਏ ਸਭ ਤੇਈ। ਭਾਈ ਮਹੀਨੇ ਤੋਂ ਬਾਅਦ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਹੋ ਰਿਹਾ ਹੈ। ਸਾਰੇ ਦਰਸ਼ਨਾਂ ਵਾਸਤੇ ਪਹੁੰਚ ਗਏ ਹਨ। ਬੰਦ ਹੈ ਪਦ ਅਰਬਿੰਦ ਮੁਕੰਦਾ। ਮੁਕਤੀ ਦਾਤਾ ਜੀ ਦੇ ਕਮਲ ਸਰੀਖੇ ਚਰਨਾਂ ਤੇ ਆਣ ਨਮਸਕਾਰ ਕੀਤੀ ਹੈ। ਸਨਮਾਨ ਹੈ ਸਭ ਕੋ ਸੁਖ ਕੰਦਾ। ਪਰ ਸੁੱਖਾਂ ਦੇ ਦਾਤੇ ਸਤਿਗੁਰਾਂ ਨੇ ਸਾਰਿਆਂ ਨੂੰ ਸਨਮਾਨ ਦਿੱਤਾ, ਸਭ ਦਾ ਅਦਬ ਕੀਤਾ ਹੈ। ਅਸ ਬਿਦ ਬਾਸੁਰ ਸਰਬ ਬਿਤਾਵਾ। ਇਉਂ ਗੁਰੂ ਪਾਤਸ਼ਾਹ ਨੇ ਸਾਰਾ ਦਿਨ ਇਸੇ ਤਰ੍ਹਾਂ ਹੀ ਗੁਜ਼ਾਰਿਆ ਹੈ ਜੀ, ਖੁਸ਼ੀ ਵਿੱਚ। ਭਈ ਪਰਦੋਖ ਤਿਮਰ ਨਭ ਛਾਵਾ। ਹੁਣ ਜਦੋਂ ਸ਼ਾਮਾਂ ਦਾ ਵਕਤ ਹੋ ਗਿਆ ਹੈ, ਪਰਦੋਖ ਤਰਕਾਲਾਂ ਦਾ ਸਮਾਂ ਹੋ ਗਿਆ, ਸੰਝਾਂ ਦਾ ਵੇਲਾ, ਜਿਸ ਵੇਲੇ ਨਾਨਾ ਰਸ ਬਿੰਜਨ ਕਰਵਾਏ। ਹਨੇਰਾ ਛਾ ਗਿਆ, ਰਾਤ ਹੋ ਗਈ। ਤੋ ਇਸ ਪ੍ਰਕਾਰ ਬੇਬੇ ਜੀ ਨੇ ਬੜੇ ਸੁੰਦਰ ਸੁੰਦਰ ਭੋਜਨ ਤਿਆਰ ਕਰਕੇ ਛਕਾਏ ਹਨ। ਨਿਕਟ ਨਾਨਕੀ ਬੈਸ ਜਿਵਾਏ। ਤੋ ਬੇਬੇ ਜੀ ਕੋਲ ਬੈਠ ਕੇ ਬੜੇ ਪ੍ਰੇਮ ਨਾਲ ਭੋਜਨ ਛਕਾਇਆ ਹੈ ਜੀ। ਰੈਨ ਵਿਖੇ ਸੈਨੰ ਪੁਨ ਕੀਨੀ। ਸੋ ਦੰਪਤੀ ਸੁਭਾਗ ਜੋੜੀ ਨੇ ਰਾਤ ਨੂੰ ਵਿਸ਼ਰਾਮ ਕੀਤਾ ਹੈ ਜੀ। ਬਹੁ ਕਿੰਕਰ ਕੋ ਜਿਨ ਗਤ ਦੀਨੀ। ਧੰਨ ਐਸੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਬਹੁਤ ਆਪਣੇ ਸੇਵਕਾਂ ਨੂੰ ਮੁਕਤੀ ਦਾ ਦਾਨ ਬਖਸ਼ਿਆ ਹੈ, ਬਹੁਤਿਆਂ ਦੀ ਮੁਕਤੀ ਕੀਤੀ ਹੈ। ਹਜੂਰ ਨੇ ਵਿਸ਼ਰਾਮ ਕੀਤਾ ਹੈ ਜੀ। ਸਵਾ ਜਾਮ ਨਿਸ ਤਜੀ ਗੁੜਾਕਾ। ਸਵਾ ਪਹਿਰ ਜਦੋਂ ਰਾਤ ਰਹਿੰਦੀ ਸੀ, ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਨੀਂਦ ਦਾ ਤਿਆਗ ਕੀਤਾ ਹੈ। ਉਠੇ ਸ਼ਾਂਤ ਦਾ ਦਰਸ਼ਨ ਜਾ ਕਾ। ਮੇਰੇ ਸਤਿਗੁਰੂ ਜੀ ਉੱਠੇ ਹਨ ਜਿਨ੍ਹਾਂ ਦਾ ਦਰਸ਼ਨ ਹੀ ਸ਼ਾਂਤੀ ਪ੍ਰਦਾਨ ਕਰਦਾ ਹੈ। ਐਸੇ ਮਹਾਰਾਜ ਸਤਿਗੁਰੂ ਦੇ ਦਰਸ਼ਨ ਹਨ। ਸਭ ਹੈ ਸੋਚ ਸੋ ਕੀਨ ਸਨਾਨਾ। ਤੋ ਮੇਰੇ ਸਤਿਗੁਰੂ ਜੀ ਨੇ ਸਰੀਰ ਦੀ ਕਿਰਿਆ ਸਾਧ ਕਰਕੇ ਪਵਿੱਤਰਤਾ ਕੀਤੀ, ਇਸ਼ਨਾਨ ਕੀਤਾ ਹੈ। ਆਸਨ ਕਰ ਬੈਸੇ ਨਿਜ ਧਿਆਨਾ। ਤੇ ਹਜੂਰ ਪਾਤਸ਼ਾਹ ਆਸਣ ਤੇ ਬੈਠ ਕਰਕੇ ਆਪਣੇ ਨਿਜ ਧਿਆਨ ਵਿੱਚ ਬੈਠ ਗਏ ਨੇ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਸਿੱਖ ਨੂੰ ਹੁਕਮ ਹੈ ਕਿ ਹੇ ਗੁਰਸਿੱਖ, ਤੂੰ ਧਿਆਨ ਪਰਮੇਸ਼ਰ ਦਾ ਕਰ। ਹੁਣ ਗੁਰੂ ਸਾਹਿਬ ਜੀ ਆਪ ਹੀ ਪਰਮੇਸ਼ਰ ਦਾ ਰੂਪ ਹਨ ਤੇ ਗੁਰੂ ਕਿਹਦੇ ਧਿਆਨ ਵਿੱਚ ਬੈਠੇ ਨੇ? ਇਹਦਾ ਜਵਾਬ ਬਾਣੀ ਵਿੱਚ ਦਿੱਤਾ ਸਤਿਗੁਰਾਂ ਨੇ। ਇਸ ਨੂੰ ਕਿਹਾ ਆਤਮ ਚਿੰਤਨ, ਕਿਹਾ ਹੈ ਆਪੇ ਜਪੋ ਆਪਣਾ ਜਾਪ। ਹੁਣ ਗੁਰੂ ਸਾਹਿਬ ਆਪ ਹੀ ਨਿਰਗੁਣ ਸਰੂਪ ਵਿੱਚ ਪਰਮੇਸ਼ਵਰ ਸੱਚਖੰਡ ਵਾਸੀ ਨੇ, ਆਪ ਹੀ ਸਰਗੁਣ ਰੂਪ ਵਿੱਚ ਹਨ। ਹੁਣ ਸਰਗੁਣ ਰੂਪ ਵਿੱਚ ਬੈਠ ਕਰਕੇ ਵੀ ਆਪਣੇ ਨਿਰਗੁਣ ਸਰੂਪ ਦਾ ਧਿਆਨ ਕਰਦੇ ਹਨ, ਸਾਨੂੰ ਸਿਖਾਉਣ ਵਾਸਤੇ। ਕਿਉਂਕਿ
ਸਤਿਗੁਰੂ ਜੀ ਨੇ ਜੋ ਮਾਰਗ ਸਾਨੂੰ ਦੱਸ ਕੇ ਸਾਡੀ ਕਲਿਆਣ ਕਰਨੀ ਹੈ, ਉਸ ਨੂੰ ਆਪ ਅਪਣਾ ਕੇ ਸਿੱਖ ਬਣਾਉਣਾ ਹੈ, ਪਰ ਆਪ ਸਿੱਖ ਬਣ ਕੇ ਵਿਖਾ ਰਹੇ। ਇਹ ਮੇਰੇ ਸਤਿਗੁਰੂ ਜੀ ਦੀ ਵਿਲੱਖਣਤਾ ਹੈ। ਪਾਸੇ ਰਹਿ ਕਰਕੇ ਸਿੱਖਿਆ ਨਹੀਂ ਦਿੰਦੇ, ਆਪ ਸਿੱਖਿਆ ਧਾਰਨ ਕਰਕੇ ਮਹਾਰਾਜ ਸਿੱਖ ਬਣਨਾ ਸਿਖਾਉਂਦੇ ਆ। ਤਾਂ ਗੁਰੂ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਪਹਿਰ ਸਵਾ ਪਹਿਰ ਰਾਤ ਤੋਂ ਉੱਠ ਕੇ ਇਸ਼ਨਾਨ ਕਰਕੇ ਆਸਣ ਸਾਧ ਕਰਕੇ ਬੈਠ ਕੇ ਹਜੂਰ ਪਾਤਸ਼ਾਹ ਧਿਆਨ ਮਗਨ ਹੋਏ ਹਨ ਜੀ। ਉੱਠੇ ਤਿਮਰ ਨਸੇ ਹੋਈ ਜਬ ਭੋਰਾ। ਜਦੋਂ ਹਨੇਰਾ ਦੂਰ ਹੋ ਗਿਆ ਤਾਂ ਜਿਸ ਵੇਲੇ ਭੋਰਾ ਸਵੇਰ ਹੋ ਗਈ ਤਾਂ ਹੀ ਹੁਕਮ ਹੈ ਗੁਰੂ ਪਾਤਸ਼ਾਹ ਦਾ। ਕਹਿੰਦੇ ਭਾਈ ਜਿਹੜਾ ਵੀ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਤਾਰਿਆਂ ਦੀ ਛਾਵੇਂ ਛਾਵੇਂ ਜਪਜੀ ਸਾਹਿਬ ਦਾ ਪਾਠ ਕਰੂ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇਗੀ, ਮਨ ਬਾਸ਼ਤ ਫਲ ਪ੍ਰਾਪਤ ਹੋਣਗੇ। ਤੇ ਗੁਰੂ ਪਾਤਸ਼ਾਹ ਨੇ ਸਿਰਫ ਕਿਹਾ ਨਹੀਂ, ਕਮਾ ਕੇ ਦੱਸਿਆ ਹੈ। ਗਵਨੇ ਬਹੁਰ ਨਿਦਿਖਿਆ ਓਰਾ। ਤਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕੀਤੀ। ਹੁਣ ਜਿਸ ਵੇਲੇ ਦਿਨ ਚੜ ਗਿਆ ਹੈ, ਨਿਖੱਦਿਆ ਓਰਾ। ਸੋ ਨਿਖੱਦਿਆ ਹੱਟ ਸਾਹਿਬ। ਤਾਂ ਮੇਰੇ ਸਤਿਗੁਰੂ ਜੀ ਆਪਣੇ ਹੱਟ ਸਾਹਿਬ ਜਿੱਥੇ ਮੋਦੀ ਦਾ ਕੰਮ ਚੱਲਦਾ ਹੈ, ਹਜੂਰ ਪਾਤਸ਼ਾਹ ਹੁਣ ਚੱਲੇ ਹਨ ਉੱਥੇ। ਕਰਨੇ ਲੱਗੇ ਬੈਸ ਕ੍ਰਿਤ ਮੋਦੀ। ਹਜੂਰ ਪਾਤਸ਼ਾਹ ਜੀ ਬੈਠ ਗਏ ਨੇ ਆਪਣੇ ਹੱਟ ਸਾਹਿਬ ਦੀ ਗੱਦੀ ਤੇ ਬੈਠ ਕਰਕੇ ਹੁਣ ਮੋਦੀ ਦਾ ਕੰਮ ਸ਼ੁਰੂ ਕੀਤਾ ਮਹਾਰਾਜ ਨੇ। ਲੈਨ ਦੇਨ ਕੀ ਜਿਉ ਨਿਰਪ ਲੋਦੀ। ਜੋ ਰਾਜੇ ਦੌਲਤ ਖਾਨ ਲੋਧੀ ਨਵਾਬ ਦੇ ਨਾਲ ਜੋ ਲੈਣ ਦੇਣ ਦਾ ਕੰਮ ਸੀ ਉਹ ਸ਼ੁਰੂ ਕਰਤਾ ਗੁਰੂ ਨਾਨਕ ਸਾਹਿਬ ਜੀ ਨੇ। ਕਰਤ ਕਿਤਕ ਜਬ ਕਾਲ ਬਿਤਾਵਾ। ਜਦੋਂ ਕਿਤਨਾ ਕੁ ਸਮਾਂ ਇਹੋ ਮੇਰੇ ਸਤਿਗੁਰੂ ਪਾਤਸ਼ਾਹ ਨੇ ਸਮਾਂ ਗੁਜ਼ਾਰਿਆ ਹੈ ਇਸ ਕਿਰਤ ਨੂੰ ਕਰਦਿਆਂ ਹੋਇਆਂ। ਲੈਨ ਸੁਤਾ ਨਿਜ ਮੂਲਾ ਆਵਾ। ਤਾਂ ਸ੍ਰੀ ਮੂਲ ਚੰਦ ਜੀ ਮਾਤਾ ਸੁਲੱਖਣੀ ਜੀ ਦੇ ਪਿਤਾ ਜੀ ਸਤਿਕਾਰਯੋਗ ਸੋ ਬੱਚੀ ਨੂੰ ਲੈਣ ਵਾਸਤੇ ਆਏ ਹਨ। ਦੋਹਰਾ ਦੋਏ ਦਿਵਸ ਰਹਿ ਕਰ ਨਗਰ ਲੈ ਤਨੀਆਂ ਨਿਜ ਸੰਗ। ਤੋ 2 ਦਿਨ ਰਹਿ ਕਰਕੇ ਇਸ ਨਗਰ ਸੁਲਤਾਨਪੁਰ ਸਾਹਿਬ ਦੇ ਵਿੱਚ ਆਪਣੀ ਸੁਪੁੱਤਰੀ ਨੂੰ ਨਾਲ ਲੈ ਕਰਕੇ ਵਾਪਸ ਚੱਲੇ ਹਨ। ਕਰਮ ਕਰਮ ਪਹੁੰਚਿਓ ਸਦਨ ਕੋ ਮੂਲਾ ਹੋਏ ਉਮੰਗ। ਜਿਹੜੀ ਮੂਲ ਚੰਦ ਜੀ ਉਤਸ਼ਾਹ ਦੇ ਸਹਿਤ ਬੱਚੀ ਨੂੰ ਲੈ ਕਰਕੇ ਆਪਣੇ ਘਰ ਵਾਪਸ ਪਹੁੰਚੇ ਹਨ। ਪੂਰਬ ਉਰ ਉਦਾਰਤਾ ਜੈਸੀ। ਤੋ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਜਿਸ ਤਰ੍ਹਾਂ ਪਹਿਲੇ ਗੁਰੂ ਪਾਤਸ਼ਾਹ ਜੀ ਸਖੀ ਦਾਤੇ ਰੂਪ ਵਿੱਚ ਹੋ ਕਰਕੇ ਉਦਾਰਤਾ ਵਰਤਦੇ ਸਨ। ਕਰਹਿ ਬਹੁਰ ਸੁਖ ਸਾਗਰ ਤੈਸੀ। ਧੰਨ ਗੁਰੂ ਨਾਨਕ ਸਾਹਿਬ ਜੀ ਭਾਵੇਂ ਪਿਤਾ ਜੀ ਨੇ ਬਹੁਤ ਕੁਝ ਸਮਝਾਇਆ, ਪਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸੁਤੰਤਰ ਨੇ, ਆਪਣੀ ਮੌਜ ਵਿੱਚ ਆਪਣੀ ਉਦਾਰਤਾ ਵਿੱਚ ਉਸੇ ਤਰ੍ਹਾਂ ਵਰਤਦੇ ਹਨ ਜਿਵੇਂ ਪਹਿਲਾਂ ਵਰਤਦੇ ਸਨ ਵਿਆਹ ਤੋਂ। ਜਿਉ ਸੁਰ ਸਰ ਗਤ ਪ੍ਰਾਚੀ ਗਵਨੀ। ਕਵੀ ਜੀ ਕਹਿੰਦੇ ਵੀ ਜਿਸ ਤਰ੍ਹਾਂ ਜਿਹੜੀ ਗੰਗਾ ਨਦੀ ਹੈ ਨਾ ਉਹ ਹਮੇਸ਼ਾ ਹੀ ਚੜ੍ਹਦੇ ਪਾਸੇ ਨੂੰ ਜਾਂਦੀ ਹੈ, ਬਾਕੀ ਨਦੀਆਂ ਪੱਛਮ ਨੂੰ ਜਾਂਦੀਆਂ, ਪਰ ਜਿਹੜੀ ਗੰਗਾ ਹੈ ਉਹ ਉਲਟ ਦਿਸ਼ਾ ਹੈ, ਜਿਵੇਂ ਚੜ੍ਹਦੇ ਪਾਸੇ ਨੂੰ ਜਾਂਦੀ ਹੈ। ਕਬਹਿ ਨਾ ਬਹਿ ਰਹਿ ਪਛਮ ਅਵਨੀ। ਧਰਤੀ ਦੇ ਉੱਤੇ ਗੰਗਾ ਜਿਹੜੀ ਹੈ ਉਸ ਦੇ ਜਲ ਦਾ ਪ੍ਰਵਾਹ ਕਦੇ ਪੱਛਮ ਨੂੰ ਨਹੀਂ ਵਗਿਆ ਹੈ। ਦੋਹਰਾ ਜੋ ਸੂਰਜ ਕੋ ਧਰਮ ਸੁਹਾਨਾ। ਜਿਸ ਤਰ੍ਹਾਂ ਬੜਾ ਸੋਭਨੀਕ ਸੂਰਜ ਦਾ ਧਰਮ ਹੈ। ਸਦਾ ਤਿਮਰ ਕੋ ਕਰਹਿ ਨਾਸਵਨ। ਉਹ ਕਹਿੰਦੇ ਨੇ ਸਦਾ ਹੀ ਹਨੇਰੇ ਨੂੰ ਦੂਰ ਕਰਦਾ ਹੈ ਸੂਰਜ ਜੋ ਹੈ। ਤਿਉ ਰੰਕਨ ਕੋ ਕਸ਼ਟ ਨਿਵਾਰਨ। ਇਉਂ ਮੇਰੇ ਗੁਰੂ ਨਾਨਕ ਸਾਹਿਬ ਜੀ ਗਰੀਬਾਂ ਦਾ ਦੁੱਖ ਨਹੀਂ ਦੇਖ ਸਕਦੇ, ਗਰੀਬਾਂ ਦੇ ਕਸ਼ਟ ਸੰਕਟ ਨੂੰ ਗਰੀਬੀ ਨੂੰ ਦੂਰ ਕਰਨ ਦਾ ਯਤਨ ਕਰਦੇ ਹਨ। ਕਰਹਿ ਸਦਾ ਜੋ ਦਾਸ ਉਬਾਰਨ। ਜੋ ਆਪਣੇ ਸੇਵਕਾਂ ਨੂੰ ਉਬਾਰਨ ਵਾਲੇ ਬਚਾਉਣ ਵਾਲੇ ਹਨ, ਸਦਾ ਹੀ ਉਹੀ ਕਿਰਤ ਕਰਦੇ ਹਨ। ਜਿਉ ਸੁਰ ਤਰ ਕੋ ਸੁਭਗ ਸੁਭਾਉ। ਜਿਸ ਤਰੀਕੇ ਦੇ ਨਾਲ ਸੋ ਸੁਰਤਰ ਜਿਹੜਾ ਕਲਪ ਬ੍ਰਿਸ਼ ਹੈ ਜਿਵੇਂ ਉਸ ਦਾ ਬੜਾ ਸੁਭਗ ਸੁਭਾਅ, ਬੜਾ ਚੰਗਾ ਸੁਭਾਅ ਹੈ ਜਿਵੇਂ ਉਸ ਦਾ। ਜਾਚੇ ਸੂਸਾ ਸੋਰ ਨ ਕਾਊ। ਜਿਹੜਾ ਵੀ ਕਲਪ ਬ੍ਰਿਸ਼ ਕੋਲ ਜਾਵੇ ਨਾ ਕਿਸੇ ਨੂੰ ਖਾਲੀ ਨਹੀਂ ਜਿਸ ਤਰ੍ਹਾਂ ਛੱਡਦਾ ਹੈ। ਤਿਉ ਜੋ ਕਰਹਿ ਅਰਥ ਨਾ ਰੰਕਾ। ਇਸ ਲਈ ਜਿਹੜਾ ਗੁਰੂ ਨਾਨਕ ਸਾਹਿਬ ਦੇ ਕੋਲ ਪੁੱਜ ਗਿਆ, ਰੰਕ ਕੰਗਾਲ ਗਰੀਬ ਜੋ ਪੁੱਜਾ। ਦੇਹ ਸਭਨ ਕੋ ਬਦਨ ਮਯੰਕਾ। ਤੇ ਮੇਰੇ ਸਤਿਗੁਰੂ ਜੀ ਸੋ ਜਿਨ੍ਹਾਂ ਦਾ ਸੋ ਬਦਨ ਮੁਖ ਜਿਹੜਾ ਹੈ ਸੋ ਮਿਅੰਕਾ ਚੰਦਰਮਾ ਸਰੀਖਾ ਸੋਹਣਾ ਹੈ,
ਜੋ ਵੀ ਕਿਸੇ ਨੇ ਮੰਗਿਆ ਮੇਰੇ ਗੁਰੂ ਸਾਹਿਬ ਨੇ ਸੋ ਨਾ ਨਹੀਂ ਕੀਤੀ, ਸਭ ਦਾਤ ਬਖਸ਼ਿਸ਼ ਕੀਤੀ ਹੈ ਗਰੀਬਾਂ ਨੂੰ। ਦੌਲਤ ਖਾਨ ਖਰਚ ਤਿਹ ਥੋਰਾ। ਹੁਣ ਦੌਲਤ ਖਾਨ ਜਿੰਨਾ ਕੁ ਖਰਚਾ ਦਿੰਦਾ ਉਹ ਤੇ ਥੋੜਾ ਜਿਹਾ ਦਿੰਦਾ ਹੈ। ਹੋਤ ਵਿਸਾਲਾ ਰੰਕਨ ਓਰਾ। ਤੇ ਗੁਰੂ ਸਾਹਿਬ ਦਾ ਦਾਨ ਗਰੀਬਾਂ ਨੂੰ ਬਹੁਤਾ ਹੁੰਦਾ ਹੈ। ਮੇਰੇ ਸਤਿਗੁਰੂ ਜੀ ਦਾਨ ਬਹੁਤਾ ਕਰਦੇ ਹਨ। ਸਰਬ ਦਿਵਸ ਮਹਿ ਅਪਰ ਨਾਕਾਰਾ। ਸਾਰੇ ਦਿਨ ਹੁਣ ਗੁਰੂ ਸਾਹਿਬ ਨੂੰ ਹੋਰ ਕੋਈ ਕਾਰ ਕੰਮ ਨਹੀਂ ਹੈ। ਬਿਤ ਹੈ ਦੇਤੇ ਦਾਨ ਉਦਾਰਾ। ਬਈ ਦਾਨ ਦਿੰਦਿਆਂ ਹੀ ਸਾਰਾ ਦਿਨ ਗੁਜ਼ਰਦਾ ਹੈ। ਬਾਕੀ ਤਾਂ ਸੋ ਰਾਜੇ ਦੀ ਫੌਜ ਨੂੰ ਜੋ ਕੁਛ ਦੇਣਾ ਹੁੰਦਾ ਰਾਸ਼ਨ ਪਾਣੀ ਉਹ ਤਾਂ ਆਏ ਸਮੇਂ ਦੇ ਨਾਲ ਲੈ ਗਏ। ਬਾਕੀ ਸਾਰਾ ਦਿਨ ਸੋ ਫਕੀਰ ਤੇ ਗਰੀਬ ਲੋਕ ਜਿਹੜੇ ਨੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚੋਂ ਦਾਤਾਂ ਲੈਂਦੇ ਹਨ। ਦੋਹਰਾ ਮਨਹੁ ਪੁੰਨ ਤਨ ਧਾਰ ਨਿਜ। ਮਾਨੋ ਕਿ ਜਿਵੇਂ ਪੁੰਨਾ ਨੇ ਹੀ ਆਪਣਾ ਸਰੀਰ ਧਾਰਿਆ ਹੋਇਆ ਗੁਰੂ ਨਾਨਕ ਦਾ। ਨਿਜ ਕੀਨੀ ਆਨ ਦੁਕਾਨ। ਤੇ ਆ ਕਰਕੇ ਪੁੰਨਾ ਨੇ ਹੀ ਇਹ ਦੁਕਾਨ ਕੀਤੀ ਹੋਵੇ, ਕਿਉਂਕਿ ਪੁੰਨ ਹੀ ਹੁੰਦਾ ਹਰ ਵੇਲੇ ਗੁਰੂ ਨਾਨਕ ਕੋਲੋਂ। ਦਾਰਦ ਸੁਦਾ ਜੋ ਨਗਨਤਾ। ਤੋ ਜੋ ਗਰੀਬੀ ਹੈ, ਜੋ ਸ਼ੁਦਾ ਭੁੱਖ ਹੈ, ਨਗਨਤਾ ਜਿਹਦੇ ਕੋਲ ਬਸਤਰ ਨਾ ਹੋਵੇ। ਤਜ ਗਏ ਪੁਰ ਸੁਲਤਾਨ। ਹੁਣ ਸੁਲਤਾਨਪੁਰ ਸਾਹਿਬ ਵਿੱਚ ਗੁਰੂ ਨਾਨਕ ਪਰਮੇਸ਼ਵਰ ਜੀ ਬੈਠੇ ਨੇ। ਇਸ ਲਈ ਇਸ ਨਗਰੀ ਦੇ ਵਿੱਚ ਨਾ ਕੋਈ ਭੁੱਖਾ ਤੇ ਨਾ ਕੋਈ ਨੰਗਾ ਤੇ ਨਾ ਕੋਈ ਗਰੀਬ ਰਹਿਣਤਾ ਗੁਰੂ ਨਾਨਕ ਸਾਹਿਬ ਨੇ। ਚੌਪਈ ਬਿਸਮਹਿ ਨਗਰ ਵਿਖੇ ਨਰ ਨਾਰੀ। ਹੁਣ ਸਾਰੇ ਸੁਲਤਾਨਪੁਰ ਸਾਹਿਬ ਵਿੱਚ ਜੋ ਤ੍ਰਿਮਤਾਨੇ ਪੁਰਸ਼ ਨੇ ਸਾਰੇ ਹੈਰਾਨ ਹਨ ਇਸ ਗੱਲ ਤੇ। ਮਨ ਅਨੁਮਾਨਿਤ ਮਤ ਜਿਨ ਹਾਰੀ। ਜਿਹਨਾਂ ਦੀ ਅਕਲ ਜਿਹੜੀ ਆ ਸੋਚਾਂ ਸੋਚ ਕੇ ਹਾਰ ਗਈ, ਹੰਭ ਗਈ ਹੈ, ਉਹ ਸੋਚਾਂ ਸੋਚਦੇ ਹਨ। ਕਿਉ ਲਖ ਹੈ ਰਸਾਇਣ ਕਰਹੀ। ਕੋਈ ਕਹਿੰਦਾ ਵੀ ਇਹ ਗੁਰੂ ਨਾਨਕ ਸਾਹਿਬ ਰਸਾਇਣ ਕਰਦੇ ਨੇ। ਰਸਾਇਣ ਇੱਕ ਇਹੋ ਜਿਹੀ ਵਸਤੂ ਹੈ ਜਿਹੜੀ ਉਸ ਰਸਾਇਣ ਦੇ ਨਾਲ ਤਾਂਬੇ ਤੋਂ ਸੋਨਾ ਬਣਾ ਲੈਂਦੇ ਰਸਾਇਣੀ ਲੋਕ। ਕਹਿੰਦੇ ਰਸਾਇਣ ਆ ਕੋਈ ਸੋਨਾ ਬਣਾ ਕਰਕੇ ਤੇ ਇਹ ਇੰਨਾ ਦਾਨ ਕਰਦੇ ਨੇ। ਰਾਜੇ ਦੇ ਕੋਲੋਂ ਤੇ ਥੋੜਾ ਜਿਹੇ ਪੈਸੇ ਮਿਲਦੇ ਆ। ਧਰਮ ਵਧਾਵਹਿ ਕੋਏ ਉਚਰਹੀ। ਕੋਈ ਲੋਕ ਸੋਚਦੇ ਨੇ ਭਈ ਇਹ ਧਰਮੀ ਨੇ, ਧਰਮ ਕਮਾਉਂਦੇ ਨੇ, ਦਾਨ ਕਰਦੇ ਨੇ, ਧਰਮ ਹੀ ਇਹਨਾਂ ਨੂੰ ਵਧਾਉਂਦਾ ਹੈ। ਕਈ ਇਉਂ ਅੰਦਾਜ਼ਾ ਕਰਦੇ ਹਨ। ਕੋਇਕ ਕਲਾਵਾਨ ਅਨਮਨ ਹੈ। ਵਿੱਚ ਕੋਈ ਸਿਆਣੇ ਕਹਿੰਦੇ ਨੇ ਸ਼ਕਤੀਆਂ ਵਾਲੇ ਨੇ, ਕਰਾਮਾਤਾਂ ਦੇ ਮਾਲਕ ਹਨ। ਕੋ ਪਾਰਸ ਕੋ ਪਾਸ ਪਛਾਨ ਹੈ। ਕੋਈ ਕਹਿੰਦਾ ਇਹਨਾਂ ਕੋਲ ਕੋਈ ਪਾਰਸ ਦੀ ਵੱਟੀ ਹੈ, ਜਦੋਂ ਲੋੜ ਪੈਂਦੀ ਸੋਨਾ ਬਣਾ ਕੇ ਵੇਚ ਕੇ ਤੇ ਕੰਮ ਚਲਾ ਦਿੰਦੇ ਇੰਨਾ ਦੁਨੀਆ ਦਾ। ਕੋ ਕਹੈ ਬਰ ਦੀਨੋ ਦੇਵਾ। ਕਹਿੰਦੇ ਇਹਨਾਂ ਨੂੰ ਕੋਈ ਦੇਵਤੇ ਦਾ ਵਾਰ ਹੈ ਜਿਹੜਾ ਇੰਨਾ ਮਹਾਰਾਜੀ ਪਰਉਪਕਾਰ ਕਰਦੇ ਹਨ। ਉਹ ਜਾਣਹਿ ਕਿਛ ਤਰੰਤਰਨ ਸੇਵਾ। ਕੋਈ ਕਹਿੰਦੇ ਨੇ ਇਹ ਕੋਈ ਤੰਤਰ ਮੰਤਰ ਕਰਦੇ ਨੇ ਜਿਹੜਾ ਇੰਨਾ ਮਹਾਰਾਜ ਨੇ ਜੱਗ ਲਾਇਆ ਹੋਇਆ ਹੈ। ਭਾਖਤ ਕੋਈ ਭਗਤ ਇਹ ਪੂਰਾ। ਕੋਈ ਕਹਿੰਦੇ ਨੇ ਭਾਈ ਪੂਰਾ ਭਗਤ ਹੈ ਰੱਬ ਦਾ, ਭਾਵ ਕਿ ਦੁਨੀਆ ਆਪਣੇ ਆਪਣੇ ਅੰਦਾਜ਼ੇ ਲਾਉਂਦੇ ਇਉਂ ਕਹਿੰਦੇ ਹਨ। ਸ੍ਰੀ ਹਰਿ ਕੋਸ ਕਰੇ ਨਹਿ ਊਰਾ। ਇਸ ਲਈ ਵਾਹਿਗੁਰੂ ਪਰਮੇਸ਼ਰ ਇਹਨਾਂ ਦਾ ਜਿਹੜਾ ਖਜ਼ਾਨਾ ਉਹ ਊਣਾ ਹੀ ਨਹੀਂ ਕਰਦੇ, ਭਰਿਆ ਰੱਖਦੇ ਹਨ ਪਰਮੇਸ਼ਵਰ ਜੀ। ਕੋਈ ਕਹੈ ਨਿਧ ਸਿੱਧ ਇਨ ਪਾਸੂ। ਕੋਈ ਕਹਿੰਦੇ ਨੇ ਮਾਲਕ ਨੇ ਰਿੱਧੀਆਂ ਸਿੱਧੀਆਂ ਦੇ ਇਹ ਦੇਤ ਦਾਨ ਦੀਨਨ ਕੋ ਆਸੂ। ਜਿਹੜਾ ਇੰਨੀ ਛੇਤੀ ਤੇ ਇੰਨਾ ਵੱਡੀ ਗਿਣਤੀ ਚ ਗਰੀਬਾਂ ਨੂੰ ਦਾਨ ਕਰੀ ਜਾਂਦੇ ਨੇ, ਰਿੱਧੀਆਂ ਸਿੱਧੀਆਂ ਦੇ ਮਾਲਕ ਹਨ। ਜਿਨ ਪਰ ਕਰੁਣਾ ਦ੍ਰਿਸ਼ਟ ਨਿਹਾਰੀ। ਜਿਨ੍ਹਾਂ ਤੇ ਮੇਰੇ ਗੁਰੂ ਸਾਹਿਬ ਨੇ ਮਿਹਰ ਦੀ ਨਿਗਾਹ ਪਾਈ ਹੋਈ ਹੈ, ਕਿਰਪਾ ਦ੍ਰਿਸ਼ਟੀ ਕੀਤੀ ਹੋਈ ਹੈ। ਹਿਰਦੇ ਅਵਿਦਿਆ ਦੂਰ ਬਿਦਾਰੀ। ਜਿਨ੍ਹਾਂ ਦੇ ਹਿਰਦਿਆਂ ਵਿੱਚੋਂ ਅਵਿਦਿਆ ਦਾ ਹਨੇਰਾ, ਅਗਿਆਨ ਦਾ ਹਨੇਰਾ ਦੂਰ ਕੀਤਾ ਹੋਇਆ ਮੇਰੇ ਸਤਿਗੁਰਾਂ ਨੇ। ਸੋ ਜਾਣਹਿ ਪਰਮੇਸ਼ਰ ਆਪੂ। ਤੇ ਉਹ ਜਾਣਦੇ ਨੇ ਸਿਰਫ ਵੀ ਪਰਮੇਸ਼ਰ ਆਪ ਹੀ ਬੈਠੇ ਨੇ। ਗੁਰੂ ਨਾਨਕ ਸਾਹਿਬ ਆਪ ਹੀ ਪਰਮੇਸ਼ਰ ਦਾ ਰੂਪ ਹਨ। ਧਰ ਅਵਤਾਰ ਕਰਹਿ ਦੁਖ ਖਾਪੂ। ਤੇ ਅਵਤਾਰ ਧਾਰਨ ਕਰਕੇ ਇਹ ਜੀਵਾਂ ਦੇ ਦੁੱਖਾਂ ਨੂੰ ਵਿਨਾਸ਼ ਕਰਦੇ, ਦੂਰ ਕਰਦੇ ਹਨ। ਜੋ ਸ਼ਰਧਾ ਧਰ ਦਰਸ਼ਨ ਕਰਹੀ। ਜਿਹੜਾ ਵੀ ਮਨ 'ਚ ਸ਼ਰਧਾ ਧਾਰ ਕੇ ਗੁਰੂ ਸਾਹਿਬ ਦਾ ਦਰਸ਼ਨ ਕਰਦਾ ਹੈ। ਮੋਹ ਜਨਤ ਸੰਸੇ ਸਭ ਹਰਹੀ। ਮੋਹ ਦੇ ਸਹਿਤ ਜਿੰਨੇ ਮਨ 'ਚ ਸੰਸੇ ਭੁਲੇਖੇ ਨੇ ਉਹ ਸਾਰੇ ਦੂਰ ਕਰ ਲੈਂਦੇ ਹਨ ਸ਼ਰਧਾ ਵਾਲੇ। ਜੇ ਕੋ ਸੀਖ ਆਨ ਕਰ ਲਈ। ਜੇ ਕੋਈ ਆਣ ਕੇ
ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਪਾਸੋਂ ਅਧਿਕਾਰੀ ਬਣ ਕੇ ਸਿੱਖਿਆ ਲੈਂਦਾ ਹੈ ਤਾਂ ਬਚਨ ਸੁਨਤ ਭ੍ਰਮ ਕੋ ਤਜ ਦੇਈ। ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਸੁਣ ਕਰਕੇ ਮਨ ਦੇ ਸਭ ਭਰਮਾਂ ਨੂੰ ਮਿਟਾ ਲੈਂਦਾ, ਦੂਰ ਕਰ ਲੈਂਦਾ ਹੈ। ਅਸ ਪ੍ਰਕਾਰ ਬੀਤਾ ਇੱਕ ਮਾਸਾ। 1 ਮਹੀਨੇ ਦਾ ਸਮਾਂ ਜਦੋਂ ਇਸ ਤਰੀਕੇ ਨਾਲ ਗੁਜ਼ਰਿਆ ਹੈ ਤਾਂ ਜਾਚਕ ਮੋਰ ਹੈ ਕੋ ਨਾ ਨਿਰਾਸਾ। ਕਿਸੇ ਵੀ ਜਾਚਕ ਨੂੰ, ਭਿਖਾਰੀ ਮੰਗਤੇ ਨੂੰ ਖਾਲੀ ਨਹੀਂ ਮੋੜਦੇ ਗੁਰੂ ਨਾਨਕ ਸਾਹਿਬ ਜੀ। ਹਿਰਦੇ ਨਾਨਕੀ ਕੀਨ ਵਿਚਾਰਾ। ਮਨ ਵਿੱਚ ਬੇਬੇ ਨਾਨਕ ਜੀ ਨੇ ਵਿਚਾਰ ਕੀਤਾ ਹੈ, ਭਰਾਤ ਭਾਰਜਾ ਆਏ ਅਗਾਰਾ। ਇਹ ਹੁਣ ਸਾਡੇ ਭਰਾਤਾ ਜੀ ਦੀ ਭਾਰਜਾ ਧਰਮ ਸੁਪਤਨੀ ਜੀ ਘਰ ਵਿੱਚ ਆਉਣ ਹੁਣ। ਸਭੇ ਸੰਭਾਰਨ ਸਾਂਭੇ ਸੋਊ। ਤੇ ਆਵੇ ਘਰ ਦੇ ਵਿੱਚ, ਘਰ ਦਾ ਸਾਜੋ ਸਮਾਨ ਸਾਰਾ ਸੰਭਾਲੇ। ਤੇਹ ਬਿਨ ਘਰ ਕੀ ਰੀਤ ਨਾ ਕੋਊ। ਕਿਉਂਕਿ ਬਹੂ ਤੋਂ ਬਿਨਾਂ ਘਰ ਦੀ ਮਰਜ਼ਾਦਾ ਹੀ ਨਹੀਂ ਬਣਦੀ ਹੈ ਪੂਰੀ। ਜਾਂ ਬਿਦ ਕਰ ਉਰ ਕੀ ਅਬਲਾਖਾ। ਇਉਂ ਹਿਰਦੇ ਦੀ, ਬੇਬੇ ਜੀ ਦੇ ਮਨ ਦੀ ਇਉਂ ਭਾਵਨਾ ਜਾਣ ਕੇ ਪਤ ਕੇ ਨਿਕਟ ਬਚਨ ਪੁਨ ਭਾਖਾ। ਤੇ ਬੇਬੇ ਜੀ ਨੇ ਆਪਣੇ ਮਨ ਦੀ ਇਉਂ ਇੱਛਾ ਬਣਾ ਕੇ ਭਈਆ ਜੈ ਰਾਮ ਆਪਣੇ ਪਤੀ ਜੀ ਦੇ ਕੋਲ ਇੱਛਾ ਜ਼ਾਹਰ ਕੀਤੀ ਹੈ ਨੇਕ ਜੋਗ ਕੋ ਦੇਹੋ ਪਠਾਈ। ਕਿ ਜੋ ਵੀ ਨੇਕ ਲਾਗ ਜੋਗ, ਜੋ ਵੀ ਸਗਨ ਰਸਮ ਬਣਦੀ ਆ ਕਰਨੀ, ਉਹ ਆਪਾਂ ਦੇ ਕਰਕੇ ਭਰਾਤ ਭਾਰਜਾ ਲਹਿਓ ਮਗਾਈ। ਤਾਂ ਮੇਰੇ ਭਰਾਤਾ ਜੀ ਦੇ ਧਰਮ ਸੁਪਤਨੀ ਜੀ ਹੁਣ ਮੰਗਾਓ ਜੀ ਘਰ। ਸੁਨ ਜੈ ਰਾਮ ਤਬ ਮਨੁਜ ਬੁਲਾਏ। ਤਾਂ ਕਹਿੰਦੇ ਨੇ ਸੇਵਕ ਸੇਵਾਦਾਰ ਜਿਹੜੇ ਸਨ ਬੁਲਾਏ ਨੇ ਜੈ ਰਾਮ ਜੀ ਨੇ। ਭਲੀ ਰੀਤ ਸੋ ਤਹੈ ਪਧਰਾਏ। ਬੜੇ ਸੋਹਣੇ ਤਰੀਕੇ ਦੇ ਨਾਲ ਮਾਣ ਸਨਮਾਨ ਜੋ ਸਾਜੋ ਸਮਾਨ ਭੇਜਣਾ ਸੀ ਉਸ ਮੌਕੇ ਦੇ ਮੁਤਾਬਕ ਭੇਜ ਕਰਕੇ ਸੋ ਸਾਡੇ ਮਾਤਾ ਸੁਲੱਖਣੀ ਜੀ ਨੂੰ ਲਿਆਉਣ ਵਾਸਤੇ ਭੇਜੇ ਹਨ। ਮੂਲ ਚੰਦ ਕੋ ਸਦਨ ਸੁਹਾਵਾ। ਜਿਸ ਵੇਲੇ ਗਏ ਹਨ, ਮੂਲ ਚੰਦ ਜੀ ਦਾ ਘਰ ਬਹੁਤ ਸੋਭਾ ਵਾਲਾ ਹੋ ਗਿਆ ਹੈ। ਪਹੁੰਚੇ ਜਾਏ ਸੰਦੇਸ਼ ਸੁਨਾਵਾ। ਜਾ ਕੇ ਪਹੁੰਚੇ ਨੇ, ਸੰਦੇਸ਼ਾ ਦਿੱਤਾ ਹੈ ਜਾ ਕਰਕੇ। ਕਰ ਵਿਚਾਰ ਤਬ ਚੰਦੋ ਭਾਗੀ। ਇਸ ਪਰ ਘਰ ਵਿਚਾਰ ਕਰਕੇ ਸੋ ਮਾਤਾ ਸੁਲੱਖਣੀ ਦੇ ਮਾਤਾ ਚੰਦੋ ਰਾਣੀ ਜੀ ਉਹ ਵੀ ਭੱਜ ਕੇ ਆਏ ਨੇ। ਸੁਤਾ ਸਨੇਹ ਵਿਖੇ ਅਨਰਾਗੀ। ਜੋ ਆਪਣੇ ਪੁੱਤਰੀ ਦੇ ਪ੍ਰੇਮ ਵਿੱਚ ਪ੍ਰੇਮੀ ਹੋਏ ਹੋਏ ਹਨ। ਵੱਡ ਭਾਗਨ ਕੀ ਕੀਨੀ ਤਿਆਰੀ। ਵੱਡੇ ਭਾਗਾਂ ਵਾਲੇ ਸਾਡੇ ਮਾਤਾ ਸੁਲੱਖਣੀ ਜੀ ਦੀ ਤਿਆਰੀ ਕੀਤੀ ਹੈ ਗੁਰੂ ਨਾਨਕ ਸਾਹਿਬ ਕੋਲ ਭੇਜਣ ਵਾਸਤੇ। ਦੀਨੀ ਸੰਗ ਸੌਜ ਤਿਨ ਭਾਰੀ। ਬਹੁਤ ਸਾਰਾ ਸਾਜੋ ਸਮਾਨ ਨਾਲ ਦਿੱਤਾ ਭੇਜਿਆ ਹੈ। ਦੇਵੀ ਰੂਪ ਸੁਲੱਖਣੀ ਨਾਮਾ। ਜਿਨ੍ਹਾਂ ਦਾ ਨਾਮ ਹੀ ਸੁਲੱਖਣੀਆਂ ਦੇਵੀ ਰੂਪ ਹਨ ਉਹ। ਚੜ ਡੋਰੇ ਗਮਨੀ ਅਬਰਮ। ਤੋ ਸੋਹਣੇ ਡੋਲੇ 'ਚ ਸਵਾਰ ਹੋ ਕਰਕੇ ਸੋਹਣੇ ਢੰਗ ਦੇ ਨਾਲ ਚੱਲੇ ਹਨ। ਦਾਸੀ ਸੰਗ ਲਏ ਪੁਰ ਆਈ। ਤੋ ਆਪਣੇ ਦਾਸੀਆਂ ਸੇਵਾ ਕਰਨ ਵਾਸਤੇ ਬੀਬੀਆਂ ਨੂੰ ਨਾਲ ਲੈ ਕਰਕੇ ਆ ਗਏ ਹਨ ਪੁਰੀ ਵਿੱਚ। ਚਰਨ ਨਾਨਕੀ ਕੇ ਲਪਟਾਈ। ਆ ਕੇ ਧੰਨ ਬੇਬੇ ਨਾਨਕ ਜੀ ਦੇ ਚਰਨਾਂ ਨਾਲ ਲਪਟੇ ਹਨ, ਸਨਮਾਨ ਕੀਤਾ ਹੈ। ਦੀਨ ਅਸਿੱਖਿਆ ਕਰ ਸਨਮਾਨਾ। ਤੋ ਆਸਖਾ ਅਸੀਸਾਂ ਦੇ ਕਰਕੇ ਬੜਾ ਸਤਿਕਾਰ ਕੀਤਾ ਹੈ ਜੀ। ਸਦਨ ਬਸਾਈ ਜੋ ਸੁਭ ਥਾਨਾ। ਤੋ ਸੋਹਣੇ ਥਾਂ ਦੇ ਵਿੱਚ ਘਰ ਦੇ ਵਿੱਚ ਬਿਠਾਇਆ ਹੈ ਮਾਤਾ ਸੁਲੱਖਣੀ ਜੀ ਨੂੰ। ਕੇਤਕ ਦਿਵਸ ਬਿਤਾਏ ਤਹਿਵਾ। ਤੋ ਕਿੰਨੇ ਕ ਦਿਨ ਜਦੋਂ ਉੱਥੇ ਇਸ ਤਰ੍ਹਾਂ ਗੁਜ਼ਾਰੇ ਹਨ ਤਾਂ ਪੁੱਤੋ ਨਕੇਤ ਨਾਨਕੀ ਜਹਵਾ। ਜਿੱਥੇ ਬੇਬੇ ਨਾਨਕੀ ਜੀ ਦਾ ਘਰ ਹੈ। ਬਹੁਰ ਨਿਰਾਰਾ ਹਰਮ ਬਨਾਵਾ। ਫਿਰ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ, ਵੱਖਰਾ ਘਰ ਬਣਾ ਲਿਆ ਹੈ ਆਪਣਾ। ਸਰਬ ਰੁਤਨ ਮਹਿ ਸੁਭਗ ਸੁਹਾਵਾ। ਜੋ ਸਾਰੀਆਂ ਹੀ ਰੁੱਤਾਂ ਦੇ ਵਿੱਚ ਬੜਾ ਸੋਭਾ ਵਾਲਾ, ਸੁਖ ਦੇਣ ਵਾਲਾ ਘਰ ਹੈ। ਭਾਜਨ ਆਦ ਸੌਜ ਜੋ ਚਾਹੀਆ। ਜੋ ਘਰ ਦੇ ਵਿੱਚ ਸਮੱਗਰੀ ਚਾਹੀਦੀ ਸੀ, ਬਰਤਨ ਆਦਿਕ ਸਾਜੋ ਸਮਾਨ ਸਭ ਅਨਵਾਏ ਧਰੀ ਘਰ ਮਹੀਆ। ਤੇ ਸਾਰੀਆਂ ਵਸਤੂਆਂ ਲਿਆਣ ਕੇ ਘਰ ਵਿੱਚ ਧਰੀਆਂ ਹਨ, ਟਕਾਈਆਂ ਹਨ। ਸਰਪੀ ਸਿਤਾ ਅੰਨ ਜੋ ਨੀਕੇ। ਸੋਹਣਾ ਅੰਨ, ਸੋਹਣਾ ਘਿਓ, ਖੰਡ ਆਦਿਕ ਜੋ ਸੋ ਅੰਨ ਪਦਾਰਥ ਘਰ 'ਚ ਚਾਹੀਦਾ ਸਾਰਾ ਟਕਾ ਦਿੱਤਾ ਹੈ। ਆਨ ਧਰੇ ਸਭ ਭਾਵਤ ਜੀ ਕੇ। ਜੋ ਮਨ ਨੂੰ ਭਾਉਂਦੇ ਸਮਾਨ ਸਨ ਘਰ ਵਿੱਚ ਸੁਖ ਦੇਣ ਲਈ ਸਾਰੇ ਲਿਆ ਕੇ ਰੱਖੇ ਹਨ। ਦੋਹਰਾ ਕੰਚਨ ਭੂਖਨ ਨਗ ਜਟੇ। ਤੋ ਸੋਹਣੇ ਸੋਹਣੇ ਗਹਿਣੇ
ਸੋਨੇ ਦੇ ਜਿਹਨਾਂ ਵਿੱਚ ਨਗ ਜੜੇ ਹੋਏ ਨੇ ਸੋਹਣੇ, ਪਹਿਰਾਏ ਘਰ ਵਾਏ, ਤੋ ਕਢਾ ਕਰਕੇ ਤਿਆਰ ਕਰਵਾ ਕਰਕੇ ਜਗਤ ਮਾਤਾ ਸੁਲੱਖਣੀ ਜੀ ਨੂੰ ਪਹਿਰਾਏ ਨੇ ਬੇਬੇ ਜੀ ਨੇ। ਹਰਖੀ ਉਰ ਬਹੁ ਨਾਨਕੀ, ਬੇਬੇ ਨਾਨਕੀ ਜੀ ਇਸ ਤਰ੍ਹਾਂ ਸੇਵਾ ਕਰਕੇ ਬਹੁਤ ਹੀ ਖੁਸ਼ ਹੋਏ ਹਨ। ਆਨ ਧਰੇ ਸਭ ਭਾਵਤ ਜੀ ਕੇ, ਲਿਆ ਕਰਕੇ ਸਾਰਾ ਕੁਝ ਸਾਜੋ ਸਮਾਨ ਧਰ ਦਿੱਤਾ, ਘਰ ਦੇ ਵਿੱਚ ਸੋਹਣਾ ਘਰ ਬਣਾ ਦਿੱਤਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ। ਭਰਾਤਾ ਭਉਨ ਬਸਾਏ, ਸੋ ਇਸ ਤਰੀਕੇ ਦੇ ਨਾਲ ਆਪਣੇ ਭਰਾ ਦਾ ਘਰ ਭੈਣ ਨੇ ਵਸਾ ਦਿੱਤਾ ਹੈ। ਚੌਪਈ ਕਮਲ ਬਦਨ ਨਿਜ ਸਦਨ ਨਾ ਆਵਹਿ, ਧੰਨ ਗੁਰੂ ਨਾਨਕ ਪਾਤਸ਼ਾਹ ਪਰਮੇਸ਼ਰ ਰੂਪ ਹਨ, ਆਪਣੀ ਮੌਜ ਵਿੱਚ ਹਨ। ਸੋ ਮਹਾਰਾਜ ਘਰ ਵਿੱਚ ਨਹੀਂ ਆਉਂਦੇ ਹਨ। ਆਪਨ ਪਰ ਨਿਸ ਦਿਵਸ ਬਿਤਾਵਹਿ, ਹੁਣ ਦਿਨੇ ਰਾਤ ਹੱਟ ਸਾਹਿਬ ਤੇ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹ ਸਮਾਂ ਗੁਜ਼ਾਰਦੇ ਹਨ। ਜੇ ਕਬ ਆਵਹਿ ਦੀਨਨ ਨਾਥਾ, ਜੇ ਗਰੀਬਾਂ ਦੇ ਸੁਆਮੀ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਕਦੇ ਆਉਂਦੇ ਹਨ ਤਾਂ ਭਨਤ ਨਾ ਬਚਨ ਸੁਲਖਣੀ ਸਾਥਾ। ਹੁਣ ਮਹਾਰਾਜ ਪਰਮੇਸ਼ਰ ਰੂਪ ਹਨ, ਉਹਨਾਂ ਵਿੱਚ ਮੋਹ ਆਦਿਕਤਾ ਹੈ ਹੀ ਨਹੀਂ। ਇਸ ਵਾਸਤੇ ਜੇ ਘਰ ਵਿੱਚ ਆਉਂਦੇ ਵੀ ਨੇ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਜੋ ਮਾਤਾ ਸੁਲੱਖਣੀ ਜੀ ਨੂੰ ਬੁਲਾਉਂਦੇ ਤੱਕ ਨਹੀਂ ਹਨ। ਕਿੰਚਿਤ ਪ੍ਰੀਤ ਨਾ ਚਿਤ ਤੇ ਕਰਈ, ਕਦੇ ਵੀ ਮਨ ਕਰਕੇ ਉਹਨਾਂ ਨਾਲ ਪ੍ਰੀਤ ਨਹੀਂ ਕਰਦੇ ਹਨ ਸੰਸਾਰਕ ਪੱਖਾਂ ਤੋਂ। ਆਨ ਦਰਬ ਕਛ ਧਾਮ ਨ ਧਰਈ, ਤੇ ਨਾ ਹੀ ਹੱਟ ਸਾਹਿਬ ਤੋਂ ਕਦੇ ਲਿਆਣ ਕਰਕੇ ਧਨ ਘਰ ਵਿੱਚ ਰੱਖਦੇ ਹਨ। ਦੀਨਨ ਦੇਨੋ ਦਾਨ ਦਨਾਈ, ਮੇਰੇ ਸਤਿਗੁਰੂ ਜੀ ਦਨਿਆਈ ਇਹੋ ਚੰਗਿਆਈ ਹੈ ਵੀ ਗਰੀਬਾਂ ਨੂੰ ਦਾਨ ਦੇਣਾ ਹੈ। ਕਰ ਦੁਕਾਨ ਜਗ ਰੀਤ ਚਲਾਈ, ਜੋ ਦੁਕਾਨ ਕਰਕੇ ਜਗਤ ਦੀ ਤੇ ਮਰਜ਼ਾਦਾ ਚਲਾਈ ਗੁਰੂ ਸਾਹਿਬ ਜੀ ਨੇ। ਲੇਤ ਭੂਰ ਨਿਤ ਭੀਰ ਭਵੰਤਾ, ਬਹੁਤ ਸਾਰੀ ਭੀੜ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੇ ਹੱਟ ਸਾਹਿਬ ਦੇ ਉੱਤੇ ਆ ਕਰਕੇ ਦਾਨ ਲੈਂਦੀ ਗੁਰੂ ਸਾਹਿਬ ਤੋਂ। ਦੇਹ ਨਿਰਾਲਸ ਸ੍ਰੀ ਜਗ ਕੰਤਾ, ਜਗਤ ਦੇ ਸੁਆਮੀ ਸਾਹਿਬ ਗੁਰੂ ਨਾਨਕ ਸਾਹਿਬ ਜੀ ਬਿਨਾਂ ਆਲਸ ਤੋਂ ਬਿਨਾਂ ਦੇਰੀ ਤੋਂ ਸਭ ਨੂੰ ਦਾਨ ਦਿੰਦੇ ਹਨ। ਉਹ ਬਲੋਕ ਨਰ ਕੀਰਤ ਕਰਹੀ, ਕੋਈ ਲੋਕ ਗੁਰੂ ਸਾਹਿਬ ਦਾ ਐਸਾ ਦਾਨੀ ਸੁਭਾਅ ਦੇਖ ਦੇਖ ਕੇ ਕੋਈ ਤੇ ਮਹਿਮਾ ਕਰਦੇ ਹਨ। ਉਹ ਇੱਕ ਹਿਰਦੈ ਅਸੂਆ ਧਰਹੀ, ਤੇ ਕਈ ਇਹੋ ਜਿਹੇ ਵੀ ਹੈ ਵੇਖ ਵੇਖ ਕੇ ਈਰਖਾ ਕਰਦੇ ਹਨ, ਗੁਰੂ ਦੀ ਵਡਿਆਈ ਸਹਾਰ ਨਹੀਂ ਸਕਦੇ। ਦੋਹਰਾ ਸੁਨ ਪਿਖ ਖਿਜਹਿ ਸੁਲਖਣੀ, ਹੁਣ ਮਾਤਾ ਸੁਲੱਖਣੀ ਜੀ ਸੁਣਦੇ ਨੇ ਵੇਖਦੇ ਨੇ ਗੁਰੂ ਨਾਨਕ ਦੇ ਵਿਹਾਰ, ਪਰ ਹੁਣ ਖਿੱਚਦੇ ਨੇ ਮਨ ਵਿੱਚ। ਅਸ ਪ੍ਰਕਾਰ ਵਿਵਹਾਰ, ਗੁਰੂ ਨਾਨਕ ਸਾਹਿਬ ਦਾ ਜਿਹੜਾ ਵਿਹਾਰ ਹੈ ਇਹ ਰੱਬੀ ਹੈ। ਅਜੇ ਮਾਤਾ ਸੁਲੱਖਣੀ ਜੀ ਨਵੇਂ ਘਰ ਵਿੱਚ ਆਏ ਨੇ, ਇਹਨਾਂ ਦੀ ਸੁਰਤ ਬਿਰਤੀ ਜਿਹੜੀ ਹੈ ਉਹ ਸੰਸਾਰਾਕਾਰ ਹੈ। ਇਸ ਵਾਸਤੇ ਸੰਸਾਰਾਕਾਰ ਸੰਸਾਰੀ ਬਿਰਤੀ ਵਿੱਚ ਇਹ ਸੋਚਾਂ ਸੋਚਦੇ ਹਨ। ਘਰ ਕੀ ਪੀਰ ਨ ਜਾਣਈ, ਉਹ ਸੋਚਦੇ ਨੇ ਇਹ ਘਰ ਦੀ ਪੀੜ ਨੂੰ ਦੁੱਖ ਦਰਦ ਨੂੰ ਨਹੀਂ ਸਮਝਦੇ ਗੁਰੂ ਸਾਹਿਬ। ਬਾਹਰ ਬਨਿਓ ਉਦਾਰ, ਤੇ ਬਾਹਰ ਗੁਰੂ ਸਾਹਿਬ ਜੀ ਦਾਤਾ ਬਣ ਕਰਕੇ ਦਾਤਾ ਵੰਡਦੇ ਹਨ। ਚੌਪਈ ਰਾਖੇ ਦਰਬ ਨਾ ਖੋਏ ਅਕਾਜੂ, ਕੀ ਸੋਚਦੇ ਨੇ ਕਿ ਮਹਾਰਾਜ ਨਾਲੇ ਇੰਨਾ ਧਨ ਕਮਾਉਂਦੇ ਨੇ ਤੇ ਵੰਡੀ ਜਾਂਦੇ ਗਰੀਬਾਂ ਨੂੰ, ਇਹ ਵਿਅਰਥ ਕੰਮ ਹੈ। ਅਜੇ ਸੁਰਤ ਐਸੀ ਹੈ, ਸੋਚ ਹੈ ਸੰਸਾਰਾਕਾਰ ਵੀ ਐਵੇਂ ਅਕਾਜ ਬਿਨਾਂ ਹੀ ਮਤਲਬ ਤੋਂ ਦਾਨ ਦੇਈ ਜਾਂਦੇ ਦੁਨੀਆ ਗਰੀਬਾਂ ਨੂੰ। ਸਦਾ ਮੂਲ ਜੋ ਗ੍ਰਸਤ ਸਮਾਜੂ, ਜਿਹੜਾ ਗ੍ਰਸਤ ਦੇ ਕੰਮ ਕਾਜ ਦੇ ਸਮਾਜ ਦੇ ਵਿੱਚ ਬਹੁਤ ਜ਼ਰੂਰੀ ਹੈ ਧਨ। ਮਹਾਰਾਜ ਮਤਲਬ ਸੀ ਵੀ ਧਨ ਜਿੰਨਾ ਕਮਾਉਂਦੇ ਲਿਆਣ ਕੇ ਘਰ ਇਕੱਠਾ ਕਰਨ। ਘਰ ਕੇ ਖਰਚ ਅਨਕ ਵਿਦ ਹੋਏ, ਘਰ ਦੇ ਅਨੇਕ ਪ੍ਰਕਾਰ ਦੇ ਖਰਚ ਹੁੰਦੇ ਹਨ। ਦਰਬ ਪਾਸ ਤੇ ਪੂਜਹਿ ਸੋਏ, ਕੋਲ ਧਨ ਹੋਵੇ ਤਾਂ ਹੀ ਉਹ ਪੂਰੇ ਹੁੰਦੇ ਹਨ। ਇਨਕੇ ਮਨ ਇਹ ਬਾਤ ਨਾ ਕਾਈ, ਪਰ ਗੁਰੂ ਨਾਨਕ ਸਾਹਿਬ ਦੇ ਮਨ ਵਿੱਚ ਤੇ ਇਹ ਕੋਈ ਗੱਲ ਹੀ ਨਹੀਂ ਹੈ, ਕਿਉਂਕਿ ਮਹਾਰਾਜ ਇੱਕ ਘਰ ਦੀ ਸੋਚਣ ਕਿ ਸੰਸਾਰ ਰੂਪ ਘਰ ਦੀ ਸੋਚਣ। ਜੋ ਆਵਤ ਸਭ ਦੇਤ ਲੁਟਾਈ, ਜੋ ਕੁਛ ਆਉਂਦਾ ਗੁਰੂ ਸਾਹਿਬ ਦੇ ਕੋਲ ਸਭ ਮਹਾਰਾਜ ਇਉਂ ਹੀ ਬਰਕਤਾਂ ਬਖਸ਼ੀ ਜਾਂਦੇ ਹਨ। ਧਨ ਰਾਖਨ ਨਿਜ ਉਰ ਨਾ ਵਿਚਾਰਾ, ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਧਨ ਨੂੰ ਜਮ੍ਹਾਂ ਕਰਨਾ ਕੋਲ ਰੱਖਣ ਦੀ ਵਿਚਾਰ ਨਹੀਂ ਕਰਦੇ ਹਨ। ਅਵਰ ਨਾ ਵਰਜਹਿ ਭੇ ਅਨਸਾਰਾ, ਤੇ ਕਹਿੰਦੇ ਬਾਕੀ ਵੀ ਦੇਖੋ ਸਾਰੇ ਬੇਬੇ ਨਾਨਕੀ ਭਈਆ ਜੈ ਰਾਮ ਜਿਤਨੇ ਨੇ ਸਾਰੇ ਮਹਾਰਾਜ ਦੇ ਅਨੁਸਾਰੀ ਨੇ, ਕੋਈ ਵੀ ਨਹੀਂ ਸਮਝਾਉਂਦਾ ਇਸ ਗੱਲ ਨੂੰ। ਇਸ ਤਰ੍ਹਾਂ ਦੀ ਮਨ ਵਿੱਚ ਸੋਚ ਹੈ। ਸਦਾ ਗਿਨਤ ਗਿਨਤੀ ਇਸ ਭਾਂਤੀ, ਤੇ ਸਦਾ ਹੀ
ਮਨ ਵਿੱਚ ਇਸ ਤਰੀਕੇ ਦੀਆਂ ਗਿਣਤੀਆਂ ਤੇ ਵਿਚਾਰਾਂ ਕਰਦੇ ਰਹਿੰਦੇ ਹਨ। ਹਿਰਦੈ ਦੁਖਤ ਰਹਿਤ ਦਿਨ ਰਾਤੀ। ਤੋ ਆਪਣੇ ਹਿਰਦੇ ਵਿੱਚ ਇਉਂ ਦਿਨ ਰਾਤ ਦੁਖੀ ਹੁੰਦੇ ਹਨ। ਭਾਵੇਂ ਸੁੱਖ ਦੇ ਸਮਾਨ ਸਭ ਗੁਰੂ ਨੇ ਬਖਸ਼ੇ ਹੋਏ, ਪਰ ਗੱਲ ਤਾਂ ਹੈ ਮਨ ਦੀ ਸੋਚ। ਸੋ ਮਨ ਦੀ ਸੋਚ ਕਰਕੇ ਹੀ ਇਹੋ ਜਿਹੀਆਂ ਵਿਚਾਰਾਂ ਵਿੱਚ ਹੀ ਦੁਖੀ ਰਹਿੰਦੇ ਹਨ। ਕਬ ਕਬ ਆਏ ਨਾਨਕੀ ਪਾਸਾ। ਕਦੇ ਕਦੇ ਬੇਬੇ ਨਾਨਕੀ ਜੀ ਦੇ ਕੋਲ ਆਉਂਦੇ ਹਨ। ਕਹੈ ਰੋਸ ਸੋ ਨਿਜ ਦੁਖ ਰਾਸਾ। ਆਪਣੇ ਮਨ ਦਾ ਇਹ ਜਿਹੜਾ ਦੁੱਖ ਹੈ ਨਾ, ਬੜੇ ਨਾਰਾਜ਼ਗੀ ਦੇ ਨਾਲ ਬੇਬੇ ਜੀ ਨੂੰ ਆਣ ਕੇ ਕਹਿੰਦੇ ਹਨ। ਨਿਜ ਭਰਾਤਾ ਕੋ ਨਹਿ ਸਮਝਾਵਹਿ। ਤੇ ਆਣ ਕੇ ਕਹਿੰਦੇ ਨੇ, ਤੁਸੀਂ ਆਪਣੇ ਭਰਾ ਨੂੰ ਕਿਉਂ ਨਹੀਂ ਸਮਝਾਉਂਦੇ ਹੋ? ਗ੍ਰਸਤ ਕਾਜ ਇਉ ਕਿਉ ਬਨ ਆਵਹਿ। ਭਾਈ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਕਰ ਰਹੇ ਨੇ, ਇਹ ਜਿਹੜਾ ਗ੍ਰਸਤੀ ਦਾ ਕੰਮ ਹੈ, ਇਹ ਕਿਸ ਤਰ੍ਹਾਂ ਬਣ ਆਵੇਗਾ, ਕਿਸ ਤਰ੍ਹਾਂ ਨਿਭੇਗਾ? ਇਦਾਂ ਆਨ ਸਦਨ ਨਹਿ ਬਦਨ ਦਿਖਾਵੈ। ਤੇ ਮਹਾਰਾਜ ਘਰ ਵਿੱਚ ਆਣ ਕਰਕੇ ਦਰਸ਼ਨ ਹੀ ਨਹੀਂ ਦਿੰਦੇ ਹਨ। ਸਰਬ ਦਰਬ ਕੋ ਬਾਹਰ ਲੁਟਾਵੈ। ਜਿੰਨਾ ਧਨ ਕਮਾਉਂਦੇ ਆ, ਬਾਹਰ ਹੀ ਮਹਾਰਾਜ ਜੀ ਦਾਨ ਕਰੀ ਜਾਂਦੇ ਨੇ, ਵੰਡੀ ਜਾਂਦੇ ਹਨ। ਸੁਨ ਕਰ ਸਰੋਨ ਨਾਨਕੀ ਬਾਣੀ। ਜਿਸ ਵੇਲੇ ਸੋ ਸਾਡੇ ਮਾਤਾ ਸੁਲੱਖਣੀ ਜੀ ਇਹੋ ਜਿਹੇ ਵਿਚਾਰ ਪ੍ਰਗਟ ਕਰਦੇ ਨੇ ਬੇਬੇ ਨਾਨਕੀ ਜੀ ਦੇ ਕੋਲ। ਹੁਣ ਇੰਜ ਸਮਝੋ ਕਿ ਬੇਬੇ ਨਾਨਕੀ ਜੀ ਬ੍ਰਹਮ ਗਿਆਨ, ਉਹ ਗਿਆਨ ਦਾ ਰੂਪ ਨੇ। ਅਜੇ ਮਾਤਾ ਸੁਲੱਖਣੀ ਜੀ ਸੰਸਾਰਾ ਘਰ ਬਿਰਤੀ ਹੈ। ਹੁਣ ਬੇਬੇ ਜੀ ਸਾਰੀ ਗੱਲ ਪ੍ਰੇਮ ਨਾਲ, ਠੰਡੇ ਸੁਭਾਅ ਨਾਲ ਸੁਣ ਕਰਕੇ ਫਿਰ ਸਮਝਾਉਂਦੇ ਹਨ। ਭਰਜਾਈ ਸਭ ਬਿਦ ਸਨਮਾਨੀ। ਤੇ ਜਿਸ ਵੇਲੇ ਆਉਂਦੇ ਨੇ ਆਪਣੀ ਭਰਜਾਈ ਸਾਹਿਬ ਨੂੰ ਪੂਰਾ ਮਾਣ ਸਤਿਕਾਰ ਦਿੰਦੇ ਹਨ। ਮਦਰ ਬਚਨ ਸੋ ਸਿੱਖਵਨ ਦੀਨੀ। ਤੇ ਬੜੇ ਮਿੱਠੇ ਬਚਨਾਂ ਦੇ ਨਾਲ ਹੁਣ ਸਿੱਖਿਆ ਸਿਖਾਉਂਦੇ ਨੇ, ਭਾਵ ਕਿ ਗੁਰਸਿੱਖੀ ਦੀ ਸਿੱਖਿਆ ਦੇ ਰਹੇ ਹਨ। ਜਗਤ ਰੀਤ ਲਖ ਸਾਚੀ ਚੀਨੀ। ਤੋ ਸੰਸਾਰ ਦੀ ਮਰਜ਼ਾਦਾ ਜਾਣ ਕੇ ਕਿ ਜੋ ਵੀ ਕਹਿੰਦੇ ਨੇ ਭਰਜਾਈ ਜੀ, ਉਸ ਨੂੰ ਸੱਚ ਜਾਣਦੇ ਹਨ। ਜਿਉ ਉਚਰਤ ਤਿਉ ਕਰੀਏ ਕਾਜੂ। ਤਾਂ ਕਹਿੰਦੇ ਹਨ, ਸਿੱਖਿਆ ਦਿੰਦੇ ਨੇ। ਦੇਖੋ ਸੁਲੱਖਣੀ ਜੀ, ਜੋ ਗੁਰੂ ਪਾਤਸ਼ਾਹ ਜੀ ਤੁਹਾਨੂੰ ਕਹਿੰਦੇ ਨੇ ਉਸ ਤਰ੍ਹਾਂ ਕਰੋ। ਜੋ ਕਰਦੇ ਹਨ ਉਹਦੇ ਰਜਾ 'ਚ ਖੁਸ਼ ਰਹੋ। ਜਿਉ ਸੋ ਕਰਹਿ ਰਹੋ ਤਿਉ ਰਾਜੂ। ਇਉਂ ਤੁਸੀਂ ਜੋ ਕਰਦੇ ਨਾ ਗੁਰੂ ਸਾਹਿਬ ਜੀ, ਉਹਦੇ ਤੇ ਕਿੰਤੂ ਨਾ ਕਰੋ, ਸ਼ੰਕਾ ਨਾ ਕਰੋ। ਜੋ ਕਰਦੇ ਉਹਦੇ ਵਿੱਚ ਰਾਜੀ ਹੋ ਜਾਓ। ਇਹ ਹੈ ਰਜ਼ਾ ਵਿੱਚ ਚੱਲਣਾ। ਤੁਸੀਂ ਜੋ ਕਰਦੇ ਹਨ ਉਹਦੇ 'ਚ ਪ੍ਰਸੰਨ ਹੋਵੋ। ਸਭ ਬਿਦ ਆਪ ਚਤੁਰ ਸੋ ਸਿਆਣਾ। ਕਿਉਂਕਿ ਧੰਨ ਗੁਰੂ ਨਾਨਕ ਸਭ ਤਰੀਕਿਆਂ ਨਾਲ ਚਤੁਰ ਵੀ ਨੇ, ਸਿਆਣੇ ਵੀ ਹਨ। ਉਹਨਾਂ 'ਚ ਕੋਈ ਕਮੀ ਨਹੀਂ ਹੈ। ਕਿਆ ਸਮਝਾਵੋ ਨਹੀਂ ਇਆਨਾ। ਹੁਣ ਤੁਸੀਂ ਕਹਿੰਦੇ ਹੋ ਵੀ ਸਮਝਾਓ, ਉਹ ਕਿਤੇ ਨਿਆਣੇ ਨੇ ਜਿਨ੍ਹਾਂ ਨੂੰ ਮੈਂ ਕਹਿ ਕੇ ਸਮਝਾ ਸਕਾਂ? ਪਤ ਤੇ ਤਜਹੁ ਜੋ ਮਤ ਪ੍ਰਤਕੂਲਾ। ਤੂੰ ਇੰਜ ਕਰ, ਮੈਂ ਤੈਨੂੰ ਸਮਝਾ ਸਕਦੀ ਹਾਂ ਕਿ ਆਪਣੇ ਪਤੀ ਪਰਮੇਸ਼ਵਰ ਤੋਂ ਜੋ ਤੁਹਾਡੀ ਮਤ, ਜੋ ਤੁਹਾਡੀ ਸੋਚ ਉਲਟ ਹੈ ਨਾ, ਇਸ ਦਾ ਤਿਆਗ ਕਰ ਦਿਓ। ਤੁਸੀਂ ਪਤੀ ਦੇਵ ਦੇ ਅਨੁਸਾਰੀ ਹੋ ਜਾਓ। ਸਦਾ ਹਿਰਦੇ ਸੋ ਰਹੋ ਅਨੁਕੂਲਾ। ਆਪਣੇ ਦਿਲੋਂ ਮਨੋਂ ਹੋ ਕਰਕੇ ਧੰਨ ਗੁਰੂ ਨਾਨਕ ਸਾਹਿਬ ਦੇ ਅਨੁਸਾਰ ਹੋ ਜਾਓ। ਜੋ ਕਛ ਲਾਲਸ ਹੋਏ ਪਦਾਰਥ। ਤੇ ਬਾਕੀ ਦੇਖ, ਜੇ ਤੇਰੇ ਘਰ ਵਿੱਚ ਤੈਨੂੰ ਕਿਸੇ ਵੀ ਪਦਾਰਥ ਦੀ ਇੱਛਾ ਹੈ ਜਾਂ ਲੋੜ ਪੈਂਦੀ ਹੈ ਤਾਂ ਕਹਿ ਮੋਸੋਂ ਪੁਰਵੋਂ ਸਭ ਸਵਾਰਥ। ਉਹ ਤੁਸੀਂ ਮੈਨੂੰ ਦੱਸੋ, ਉਹ ਮੈਂ ਹਰੇਕ ਵਸਤੂ ਤੁਹਾਡੀ ਪੂਰੀ ਕਰਾਂਗੀ। ਵਸਤੂ ਪਦਾਰਥ ਦੀ ਕਮੀ ਨਹੀਂ ਰਹਿਣ ਦਿਆਂਗੀ ਤੁਹਾਨੂੰ। ਜਾਨਹੁ ਭਲਾ ਕੰਤ ਅਨੁਸਾਰਾ। ਇਸ ਵਾਸਤੇ ਆਪਣਾ ਭਲਾ ਇੰਜ ਜਾਣੋ ਕਿ ਪਤੀ ਦੇ ਅਨੁਸਾਰ ਹੋਇਆ ਹੀ ਸਾਡਾ ਭਲਾ ਹੋਣਾ। ਤਥਾ ਹੇ ਜਗਿਆਸੂ, ਹੇ ਸਿੱਖ, ਵਾਹਿਗੁਰੂ ਜੀ ਦੀ ਰਜਾ ਵਿੱਚ ਚੱਲਣ ਨਾਲ, ਗੁਰੂ ਦੀ ਰਜਾ ਵਿੱਚ ਚੱਲਣ ਨਾਲ ਹੀ ਸਾਡਾ ਭਲਾ ਹੋਣਾ ਹੈ। ਹੋਮਹਿ ਸਰਬ ਭਾਂਤ ਸੁਖ ਭਾਰਾ। ਇਸ ਪ੍ਰਕਾਰ ਤੁਸੀਂ ਸਭ ਤਰੀਕਿਆਂ ਦੇ ਨਾਲ ਭਾਰੀ ਸੁੱਖਾਂ ਦੀ ਪ੍ਰਾਪਤੀ ਕਰੋਗੇ। ਮਦਰ ਗਿਰਾ ਕੀ ਸੀਖ ਸੁਨੀ ਜਬ। ਜਦੋਂ ਜਗਤ ਮਾਤ ਸੁਲੱਖਣੀ ਜੀ ਨੇ ਬੇਬੇ ਨਾਨਕੀ ਜੀ ਦੇ ਇਹੋ ਜਿਹੇ ਠੰਡੇ ਤੇ ਬੜੇ ਸੋਹਣੇ ਨਰਮ ਬਚਨ, ਮਿੱਠੇ ਬਚਨ ਤੇ ਠੰਡੇ ਸੁਭਾਅ ਦੇ ਨਾਲ ਇਹ ਜਦੋਂ ਕਹੇ ਤੇ ਸੁਣੇ ਹਨ, ਤੂਸਨ ਭਈ ਸੁਲੱਖਣੀ ਮੁਖ ਤਬ। ਤਦੋਂ ਜਗਤ ਮਾਤ ਸੁਲੱਖਣੀ ਜੀ ਚੁੱਪ ਹੋ ਗਏ ਨੇ, ਫਿਰ ਕੁਝ ਕਹਿ ਨਹੀਂ ਸਕੇ। ਕਿਉਂਕਿ
ਸਚਾਈ ਜਿਹੜੀ ਹੈ ਬੇਬੇ ਜੀ ਨੇ ਸਮਝਾ ਦਿੱਤੀ ਹੈ। ਦੋਹਰਾ ਸਦਨ ਗਈ ਪੁਨ ਆਪਨੇ, ਫਿਰ ਆਪਣੇ ਘਰ ਦੇ ਵਿੱਚ ਚਲੇ ਗਏ ਹਨ ਮਾਤਾ ਸੁਲੱਖਣੀ ਜੀ। ਮਨ ਸੰਚਿਤ ਨਿਤ ਹੋਏ। ਇਸ ਪ੍ਰਕਾਰ ਮਨ ਸਚਿੰਤ, ਕਹਿੰਦੇ ਚਿੰਤਾ ਦੇ ਸਹਿਤ ਮਨ ਵਿੱਚ, ਕਿਉਂਕਿ ਅਜੇ ਸਿੱਖਿਆ ਮਿਲੀ ਹੈ, ਅਜੇ ਮਨ ਵਿੱਚ ਧਾਰਨ ਹੋਈ ਨਹੀਂ, ਇਸ ਵਾਸਤੇ ਮਨ 'ਚ ਚਿੰਤਾ ਰਹਿੰਦੀ ਹੈ। ਸਮਾਂ ਬਿਤਾਵਨ ਕਿਤਕ, ਕਿੰਨਾ ਕੁ ਸਮਾਂ ਇਸ ਤਰ੍ਹਾਂ ਗੁਜ਼ਾਰਿਆ ਹੈ। ਮੁਖ ਤੇ ਤੂਸਨ ਹੋਏ, ਮੁਖ ਤੋਂ ਚੁੱਪ ਕਰਕੇ ਕੁਝ ਸਮਾਂ ਗੁਜ਼ਾਰਿਆ ਹੈ ਜੀ। ਦੋਹਰਾ ਚੰਦ ਬਦਨ ਸੁਮਤੀ ਸਦਨ। ਤੋਂ ਕਵੀ ਜੀ ਨੇ ਇੱਥੇ ਧਿਆ ਇੱਕ ਪੂਰਾ ਕੀਤਾ ਹੈ। ਅਗਲਾ ਪ੍ਰਸੰਗ ਸ਼ੁਰੂ ਕਰਨ ਤੋਂ ਪਹਿਲਾਂ ਕਵੀ ਜੀ ਮੰਗਲਾਚਰਨ ਕਰਦੇ ਨੇ ਸਰਸਤੀ ਦਾ। ਤੋਂ ਕਹਿੰਦੇ ਨੇ ਜਿਹੜਾ ਇਸ ਪ੍ਰਕਾਰ ਚੰਦ ਬਦਨ ਸੁਮਤੀ ਸਦਨ, ਚੰਦਰਮਾ ਸਰੀਖਾ ਮੁਖ ਹੈ, ਹੇ ਸਰਸਤੀ ਦੇਵੀ ਤੇਰਾ ਸੁਮਤੀ ਸਦਨ, ਸੋਹਣੇ ਮਤ ਦੀ ਤੂੰ ਘਰ ਹੈ। ਮਤ ਨਕੰਦਨ ਉਦਾਰ, ਤੂੰ ਉਦਾਰ ਬਹੁਤ ਸ੍ਰੇਸ਼ਟ ਹੈ, ਸਖੀ ਹੈ, ਖੋਟੀ ਮਤ ਨੂੰ ਦੂਰ ਕਰਨ ਵਾਲੀ ਹੈ ਤੂੰ। ਰੂਪ ਉਮਾ ਬਾਨੀ ਰਮਾ, ਤੇਰਾ ਰੂਪ ਜਿਹੜਾ ਨਾ, ਸੋ ਕਵੀ ਜੀ ਨੇ ਇਸ ਪ੍ਰਕਾਰ ਸੋ ਉਸ ਰੱਬੀ ਸ਼ਕਤੀ ਦੇ ਤਿੰਨੇ ਰੂਪ ਇੱਥੇ ਬਿਆਨ ਕੀਤੇ ਹਨ। ਕਹਿੰਦੇ ਨੇ ਇਸ ਪ੍ਰਕਾਰ ਰੂਪ ਉਮਾ, ਉਮਾ ਜਿਹੜਾ ਨਾਮ ਹੈ ਪਾਰਵਤੀ ਸ਼ਿਵ ਜੀ ਮਹਾਰਾਜ ਦੇ ਘਰੋਂ, ਜੋ ਦੁਰਗਾ ਦਾ ਰੂਪ, ਇਹ ਵੀਰ ਰਸੀ ਹੈ ਜਿਸ ਦੁਰਗਾ ਨੇ ਦੈਂਤਾਂ ਦਾ ਨਾਸ਼ ਕੀਤਾ। ਕਹਿੰਦੇ ਨੇ ਹੇ ਰੱਬੀ ਦੇਵੀ ਸ਼ਕਤੀ, ਤੂੰ ਮਹਾਨ ਵੀਰ ਰਸੀ ਵੀ ਹੈ। ਇਸ ਪ੍ਰਕਾਰ ਫਿਰ ਤੂੰ ਇਸ ਪ੍ਰਕਾਰ ਉਮਾ ਤੇ ਇਸ ਪ੍ਰਕਾਰ ਬਾਣੀ, ਤੂੰ ਬਾਣੀ ਰੂਪ ਹੈ, रमा लक्ष्मी रूप हैं। इस प्रकार सो वीर रसी भी हैं, शांत रस भी हैं। इस प्रकार ते सो इस प्रकार सो उदार चित भी हैं। ताको नमो हमार, प्राप्ति वाली हैं, तुहानू साडी नमस्कार है जी। श्री बाला संदर वाच, तो बाला जी संधु गोत वाले उवाच कथन करते हैं। चौपई अस प्रकार का समा बितायो, इस तरीके दे नाल कुछ क समा जिहड़ा है गुजारिया है। मिलन हेत तब मूला आयो, ਤਾਂ ਮਾਤਾ ਸੁਲੱਖਣੀ ਦੇ ਪਿਤਾ ਮੂਲ ਚੰਦ ਜੀ ਮਿਲਣ ਵਾਸਤੇ ਆਏ ਹਨ। सदन सुता के प्रवेश्यो जब ही, ਜਦੋਂ ਸੁਪੁੱਤਰੀ ਦੇ ਘਰ ਵਿੱਚ ਆ ਕੇ ਪ੍ਰਵੇਸ਼ ਕੀਤਾ ਹੈ। उमग्यो नेहो अधिक मन तब ही, ਮਨ ਵਿੱਚ ਬਹੁਤਾ ਹੀ ਪ੍ਰੇਮ ਜਿਹੜਾ ਹੈ ਇਸ ਪ੍ਰਕਾਰ ਉਛਲਿਆ ਹੈ। उठी सुलखणी लोचन नीरा, ਤੋ ਮਾਤਾ ਸੁਲੱਖਣੀ ਸਾਡੇ ਉੱਠੇ ਨੇ, ਉੱਠ ਕੇ ਨੇਤਰਾਂ ਵਿੱਚ ਜਲ ਭਰਿਆ ਵੈਰਾਗ ਦਾ। पर आवा उर भई अधीरा, ਧੀਰਜ ਤੋਂ ਰਹਿਤ ਹੌਸਲੇ ਤੋਂ ਰਹਿਤ ਹੋ ਕਰਕੇ ਆਪਣੇ ਪਿਤਾ ਜੀ ਨੂੰ ਮਿਲੇ ਹਨ। पित सौ मिल रोवन बहु लागी, ਪਿਤਾ ਜੀ ਨੂੰ ਮਿਲ ਕਰਕੇ ਮਨ ਵਿੱਚ ਕਿਉਂਕਿ ਇਹੋ ਜਿਹੇ ਫੁਰਨੇ ਬਣੇ ਹੋਏ ਸਨ, ਬਹੁਤ ਵਿਰਾਗ ਕਰਨ ਲੱਗੇ ਹਨ। मन दुख ते जन करुणा पागी, ਮਾਨੋ ਕਿ ਮਨ ਦੇ ਦੁੱਖ ਕਰਕੇ ਸੋ ਕਿਰਪਾ ਰਸ ਵਿੱਚ ਢਲ ਗਏ ਹਨ। असुर पात सो चीर पिगोवा, ਤੋ ਨੇਤਰਾਂ ਦੇ ਜਲ ਦੇ ਨਾਲ ਪਿਤਾ ਜੀ ਦੇ ਬਸਤਰ ਜਿਹੜੇ ਨੇ ਭਿਉਂ ਦਿੱਤੇ ਹਨ। जन दुख अपनो मल मल धोवा, ਮਾਨੋ ਕਿ ਆਪਣਾ ਦੁੱਖ ਮਲ ਮਲ ਕਰਕੇ ਧੋ ਰਹੇ ਹਨ। बहुर बैस कर पिता बसावा, ਫਿਰ ਇਸ ਪ੍ਰਕਾਰ ਬੈਠੇ ਪਿਤਾ ਜੀ ਨੂੰ ਬਿਠਾਇਆ ਆਪਣੇ ਕੋਲ। निज दुख क्रम क्रम सब है सुनावा, ਆਪਣਾ ਹੌਲੀ ਹੌਲੀ ਜਿਹੜਾ ਸੀ ਮਨ ਦਾ ਦੁੱਖ ਸੀ, ਮਨ ਦੇ ਫੁਰਨੇ ਸਨ, ਆਪਣੇ ਪਿਤਾ ਜੀ ਦੇ ਨਾਲ ਸਾਂਝੇ ਕੀਤੇ ਹਨ। ਹੁਣ ਮੇਰੇ ਸਤਿਗੁਰੂ ਪਾਤਸ਼ਾਹ ਗਰੀਬ ਨਵਾਜ ਬਖਸ਼ੰਦ ਪਿਤਾ ਜੀ ਸਾਨੂੰ ਇਹ ਕੌਤਕ ਵਰਤਾ ਕੇ ਦੱਸ ਰਹੇ ਹਨ। ਸੰਸਾਰਿਕ ਸੋਚਾਂ ਕੀ ਹਨ ਔਰ ਉਹਨਾਂ ਵਿੱਚ ਅਸੀਂ ਨਿਭਣਾ ਕਿਸ ਤਰ੍ਹਾਂ ਹੈ। ਤਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ਾਂ ਕਰ ਰਹੇ ਨੇ। ਗਰੀਬ ਨਵਾਜ ਦਾ ਤਾਰ ਧੰਨ ਗੁਰੂ ਨਾਨਕ ਸਾਹਿਬ ਜੀ ਮਿਹਰਾਂ ਬਖਸ਼ਿਸ਼ਾਂ ਕਰਨ, ਸਾਡੇ ਸਿਰ ਤੇ ਮਿਹਰ ਪਿਆ ਹੱਥ ਰੱਖਣ, ਦਰੋਂ ਘਰੋਂ ਆਪਣੀ ਪਿਆਰੀ ਸਿੱਖਿਆ ਸਿੱਖੀ ਦੀ ਦਾਤ ਬਖਸ਼ਣ, ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੀ ਦੇ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸੁਮੇਲ ਦੀ ਦਾਤ ਪ੍ਰਾਪਤ ਹੋਵੇ। असुर पात सो चीर पगोवा, जन दुख अपनो मल मल धोवा, बहुर बैस कर पिता बसावा, निज दुख करम करम सब है सुनावा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।